उस परमात्मा का शुक्र करते हैं कि सानू एका बख्शिया और सारे सबर च बैठे हैं तो कोई मेजर प्रॉब्लम नहीं कोई आई। कौम ही यह जी है, प्रॉब्लम आईयां तो छोटियां छोटियां बन के रह गई, आईयां तो पता भी नहीं लग्या कदों चलियां गईयां। इन्हां दिनां च मालक भी मिहरबान है। ਤਾਂ 6 ਮਹੀਨਿਆਂ ਦਾ ਰਾਸ਼ਨ ਜਿਹੜਾ ਅਸੀਂ ਲੈ ਕੇ ਤੁਰੇ ਆ ਉਹ ਤਾਂ ਅਸੀਂ ਵਰਤਿਆ ਨਹੀਂ। ਸਾਨੂੰ ਹਰਿਆਣਾ ਜਿਹੜਾ ਸਾਡੇ ਨਾਲ ਜੁੜਿਆ ਸਾਡਾ ਭਾਈਚਾਰਾ, ਸਾਨੂੰ ਉਨੇ ਹੀ ਦੁੱਧ ਦੇ, ਲੱਸੀਆਂ ਦੇ, ਹੋਰ ਪਦਾਰਥ ਖਾਣ ਦੇ, ਮਤਲਬ ਐਂ ਲਾ ਲਓ ਵੀ ਨਦੀਆਂ ਵਹਾਈਆਂ ਨਹਿਰਾਂ ਵਹਾਉਣ ਵਾਲਾ ਦੁੱਧ ਵਾਲਾ ਕੰਮ ਆ। ਕਿਸਾਨ ਉਹ ਹੈ ਕਿ ਜਿਹੜਾ ਜਦੋਂ ਕਣਕ ਬੀਜਦਾ ਤਾਂ 6 ਮਹੀਨਿਆਂ ਬਾਅਦ ਪੱਕਦੀ ਆ ਤੇ 6 ਬੀਜ ਕੇ 6 ਮਹੀਨਿਆਂ ਬਾਅਦ ਉਹਨੂੰ ਵੱਢਦਾ, ਫਿਰ ਉਹ ਢੋਲਿਆਂ 'ਚ ਪਾਉਂਦਾ, ਫਿਰ ਉਸ ਅਨਾਜ ਨੂੰ ਉਸ ਤੋਂ ਅਗਲੇ ਸਾਲ ਵਰਤਦਾ ਆਪਣੇ ਖਾਣ ਲਈ। ਤਾਂ ਇਹ ਸਾਡਾ ਸਬਰ ਹੈ। ਤਾਂ ਸਬਰ ਤਾਂ ਸਾਡਾ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲੇ ਇਹ ਤਾਂ ਤੋੜ ਨਹੀਂ ਸਕਦੀ। ਬਜ਼ੁਰਗ ਇਹ ਕਹਿੰਦੇ ਆ, ਮਾਵਾਂ ਇਹ ਕਹਿੰਦੀਆਂ ਕਿ ਹੁਣ ਆਵੇ ਜਿਹੜਾ 4 ਵਾਰ ਐਮਐਲਏ ਬਣ ਗਿਆ ਸੀ 22 'ਚ ਵੇਖਾਂਗੇ। ਜਿਨ੍ਹਾਂ ਨੇ ਬਣਾਇਆ ਵੀਆਈਪੀ ਤਾਂ ਅੱਜ ਜਦੋਂ ਉਹ ਇੱਥੇ ਸੜਕਾਂ 'ਤੇ ਬੈਠੇ ਆ ਤਾਂ ਪਰ ਅਸੀਂ ਕਿਉਂ ਨਹੀਂ? ਨਾਲੇ ਵੀਆਈਪੀ ਤਾਂ ਇਹ ਤਾਂ ਇੱਕ ਸ਼ੋਸ਼ੇਬਾਜ਼ੀ ਹੈ। ਕਿਉਂਕਿ ਲਗਾਤਾਰ ਨੇ ਜਦੋਂ ਧਰਨੇ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਬਈ ਸਾਡੇ ਨੌਜਵਾਨ ਨੇ, ਬਜ਼ੁਰਗ ਨੇ, ਬਾਪੂ ਨੇ ਅੱਗੇ ਆਏ ਨੇ, ਪਿੱਛੇ ਵੀ ਸ਼ੰਭੂ ਮੋਰਚੇ ਦੇ ਵਿੱਚ ਉੱਥੇ ਸਾਰੇ ਆਏ ਨੇ। ਬੀਬੀਆਂ ਤਾਂ ਇਹ ਹੁੰਦਾ ਸੀਗਾ ਕਿ ਠੀਕ ਹੈ ਮਾਰਨਿੰਗ ਚਾਹੀਏ, ਸ਼ਾਮੀ ਪਰਤ ਕੇ ਵਾਪਸ ਘਰ ਨੂੰ ਚਲੀ ਜਾਂਦੀਆਂ ਸੀ। ਪਰ ਇੱਦਾਂ ਕਦੀ ਵੀ ਕਿਸੇ ਪੰਜਾਬ ਦੀ ਧੀ ਨੇ ਮੈਨੂੰ ਨਹੀਂ ਲੱਗਦਾ ਕਿ ਐਕਸਪੈਕਟ ਕੀਤਾ ਸੀਗਾ ਕਿ ਰਹਿਣਾ ਵੀ ਉੱਥੇ ਪਏਗਾ। ਕਈ ਛੋਟੇ ਛੋਟੇ ਬੱਚੇ ਵੀ ਲੈ ਕੇ ਆਏ ਨੇ। ਵੀ ਜਦੋਂ ਸਾਡੀਆਂ ਬਜ਼ੁਰਗ ਮਾਵਾਂ ਇੱਥੇ ਬੈਠੀਆਂ ਨੇ ਤੇ ਸਾਡੀਆਂ ਆਪਾਂ ਧੀਆਂ ਨੂੰ ਵੀ ਅੱਗੇ ਹੋ ਕੇ ਉਹਨਾਂ ਦੇ ਨਾਲ ਮੋਢਾ ਜੋੜ ਕੇ ਕੰਮ ਕਰਾਉਣਾ ਚਾਹੀਦਾ ਆ, ਉਹਨਾਂ ਨਾਲ ਇੱਥੇ ਹੋਣਾ ਚਾਹੀਦਾ ਹਨ। ਕਈ ਕਲਾਕਾਰਾਂ ਨੂੰ ਇਹ ਲੱਗਦਾ ਆ ਵੀ ਸਾਡੀ ਸਰਕਾਰ ਜਿਹੜੀ ਹੈ ਉੱਤੇ ਬੀਜੇਪੀ ਦੀ ਸਰਕਾਰ ਹੈ, ਸਾਡੀ ਪ੍ਰਾਈਮ ਮਿਨਿਸਟਰ ਦੇ ਖਿਲਾਫ ਜਾਵਾਂਗੇ, ਸਾਡੇ ਉੱਤੇ ਈਡੀ ਦੀ ਕੋਈ ਈਡੀ ਆ ਸਕਦੀ ਹੈ। ਅਸੀਂ ਤਾਂ ਫਿਲਮਾਂ 'ਚ ਹੀ ਦੇਖਿਆ ਬਾਈ ਕਿ 100-150 ਬੰਦਾ ਆਇਆ ਹੁੰਦਾ, ਇੱਕਦਮ ਘਰੇ ਵੜ ਜਾਂਦਾ ਹੈ ਨਾ। ਸਾਡੇ ਘਰੋਂ ਕੀ ਲੈ ਜੋ ਸੰਦੂਕ ਪਏ ਆ ਲੈ ਜਾਣ। ਬੜੇ ਮੈਨੂੰ ਸੱਜਣ ਕਹਿੰਦੇ ਯਾਰ ਤੂੰ ਇੰਨੇ ਖਾੜੇ ਲਾਉਣਾ ਵੀ ਤੂੰ ਤਾਂ ਬਹੁਤ ਕੁਝ ਬਣਾ ਲਿਆ ਹੋ। ਮੈਂ ਕਿਹਾ ਮੈਂ ਅੱਜ ਵੀ ਕਿਰਾਏ ਦੇ ਮਕਾਨ 'ਚ ਰਹਿਣਾ ਬਾਬਾ। ਅੱਛੀ ਅੱਜ ਵੀ ਮੈਂ ਕਿਰਾਏ ਦੇ ਮਕਾਨ 'ਚ, ਜਿਹੜੇ ਮਕਾਨ 'ਚ ਮੈਂ ਰਹਿਣਾ ਨਾ ਉਹ ਮੇਰਾ ਆਪਣਾ ਨਹੀਂ ਆ। ਉਹਦਾ ਮੈਂ 26,000 ਰੁਪਇਆ ਮਹੀਨੇ ਦਾ ਰੈਂਟ ਭਰਦਾ। ਹੁਣ ਇੱਕ ਡੈਡਲੋਕ ਜਿਹੜਾ ਨਾ ਉਹ ਟੁੱਟਦਾ ਨਹੀਂ ਪਿਆ। ਹੁਣ ਤਕਰੀਬਨ 20 ਦਿਨਾਂ ਬਾਅਦ ਇੱਕ ਮੀਟਿੰਗ ਹੋ ਰਹੀ ਹੈ। ਤੁਹਾਨੂੰ ਲੱਗਦਾ ਇੱਕ ਪੋਜ਼ਿਟਿਵ ਕੋਈ ਉਮੀਦ ਇਹਦੇ ਵਿੱਚੋਂ ਨਿਕਲ ਸਕਦਾ ਕੁਛ, ਜਾਂ ਕਿ ਲੋਹੜੀ ਵੀ ਇੱਥੇ ਮਨਾ ਕੇ ਜਾਣੀ ਪੈਣੀ? ਸਿਰਫ ਮੋਦੀ ਸਰਕਾਰ ਅੰਗਰੇਜ਼ਾਂ ਵਾਲਾ ਕੰਮ ਕਰ ਰਹੀ ਹੈ ਜੋ ਅੰਗਰੇਜ਼ ਕਰ ਰਹੇ ਸੀਗੇ। ਅੰਗਰੇਜ਼ਾਂ ਨੇ ਵੀ ਬਿੱਲ ਵਾਪਸ ਲੈ ਲਏ ਸੀਗੇ ਉਸ ਟਾਈਮ ਦੇ ਉੱਤੇ, ਤੇ ਇਹ ਕਿਹੜੀ ਖੇਤ ਦੀ ਮੂਲੀ ਹੈ, ਇਹਨਾਂ ਨੂੰ ਵੀ ਲੈਣੀ ਪੈਣਗੇ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ। ਕਿਸਾਨ ਅੰਦੋਲਨ ਦੀ ਕਵਰੇਜ ਤੁਹਾਨੂੰ ਦਿਖਾ ਰਹੇ ਹਾਂ। ਕਹਿੰਦੇ ਜਿਹੜਾ ਹੈਗਾ ਗੱਲ ਕਰਦੇ ਜਿਹੜਾ ਸਾਲ ਦੇ ਅਖੀਰਲੇ ਦਿਨ ਵੀ ਆ ਗਏ ਆ। ਹੋਰ 1-2 ਦਿਨਾਂ ਨੂੰ ਅਗਲਾ ਸਾਲ ਚੜ ਜਾਣਾ ਤੇ ਮੈਨੂੰ ਲੱਗਦਾ ਕਿ ਇਸ ਅੰਦੋਲਨ ਨੂੰ ਸਾਲਾਨਾ ਅੰਦੋਲਨ ਕਹਿ ਸਕਦੇ ਹਾਂ, ਕਿ ਸਾਲਾਂ ਤੱਕ ਚੱਲਣ ਵਾਲਾ ਅੰਦੋਲਨ ਵੀ ਹੈ ਬਣ ਜਾਏਗਾ, ਕਿਉਂਕਿ 20 'ਚ ਸ਼ੁਰੂ ਹੋਇਆ ਸੀਗਾ, 21 ਤੱਕ ਵੀ ਇਹਨੇ ਪਹੁੰਚ ਹੀ ਜਾਣਾ ਜੋ ਲੱਗ ਰਿਹਾ ਹੈਗਾ। ਸੋ ਕਈ ਸ਼ਖਸੀਅਤਾਂ ਜਿਹੜੀ ਲਗਾਤਾਰ ਬੇਨਾਗਾ ਇਸ ਅੰਦੋਲਨ ਦੇ ਵਿੱਚ ਨਜ਼ਰ ਆਉਂਦੀਆਂ ਨੇ, ਉਹ ਸਾਡੇ ਨਾਲ ਮੌਜੂਦ ਨੇ। ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਤੁਸੀਂ ਦੇਖ ਰਹੇ ਹੋ ਸਕਰੀਨ ਤੇ ਮੇਰੇ ਬਿਲਕੁਲ ਖੱਬੇ ਪਾਸੇ ਬੈਠੇ ਨੇ ਗਲਬ ਵੜੈਚ ਭਾਈ ਸਾਹਿਬ ਔਰ ਕੰਵਰ ਗਰੇਵਾਲ ਜੀ ਔਰ ਸੋਨੀਆ ਮਾਨ ਜੀ, ਔਰ ਲਗਾਤਾਰ ਜੋ ਆਪਣੀਆਂ ਹਾਜ਼ਰੀਆਂ ਜਿਹੜੇ ਹੈ ਇਹਦੇ ਵਿੱਚ ਦੇ ਰਹੇ, ਯਾਨੀ ਕਿ ਇੱਕ ਹੁੰਦਾ ਕਿ ਇੱਕ ਸੀਰੀਅਸਲੀ ਜਿਹੜੇ ਇਸ ਅੰਦੋਲਨ ਨੂੰ ਲੈ ਰਹੇ ਆ। ਇਹ ਨਹੀਂ ਕਿਉਂਕਿ ਕਈ ਕਲਾਕਾਰ ਆਪਾਂ ਦੇਖ ਰਹੇ ਹਾਂ ਕਿ ਸਿਰਫ ਹਾਜ਼ਰੀ ਜ਼ਰੂਰ ਲਵਾ ਕੇ ਜਾ ਰਹੇ, ਬਹੁਤ ਵਧੀਆ ਗੱਲ ਆ, ਤੇ ਪਰ ਉਹ ਇਹ ਵੀ ਅੰਦਰੋਂ ਹੈਗਾ ਕਿ ਕਿਤੇ ਬਈ ਹਾਜ਼ਰੀ ਨਾ ਲਾਈ ਤਾਂ ਪਤਾ ਨਹੀਂ ਕੀ ਬਣਨਾ ਅੱਗੋਂ। ਸੋ ਕਈ ਐਸੇ ਨਾਮ ਨੇ, ਆਪਾਂ ਗੱਲਬਾਤ ਕਰਾਂਗੇ, ਸਾਰੇ ਰਲ ਕੇ ਕਰਾਂਗੇ ਔਰ ਇੱਕ ਵਾਰੀ ਗੁਰਫਤਿਹ ਦੀ ਸਾਂਝ ਇੱਕ ਤੋਂ ਸ਼ੁਰੂਆਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੰਵਰ ਗਰੇਵਾਲ ਜੀ, ਕਿੱਦਾਂ ਦੇਖਦੇ ਹੋ ਸਾਲ ਜਿਹੜਾ ਅਗਲਾ ਸ਼ੁਰੂ ਹੋਣ ਜਾ ਰਿਹਾ? ਮਤਲਬ ਹੁਣ ਤਾਂ ਇਹ ਕਹਿ ਸਕਦੇ ਆ ਕਿ ਬਈ ਸਾਲ ਭਰ ਚੱਲਿਆ ਅੰਦੋਲਨ ਹੈ ਨਾ, ਅਗਲਾ ਸਾਲ ਵੀ ਆ ਗਿਆ ਤੇ ਹਾਸੇ ਦੇ ਵਿੱਚ ਹੀ ਗੱਲਾਂ ਕਦੀ ਵਾਰੀ ਹੋ ਜਾਂਦੀਆਂ ਕਿ ਬਈ ਜਿਸ ਤਰ੍ਹਾਂ ਹੁਣ ਬਾਈ, ਹੁਣ ਜੇ 2 ਦਿਨ ਬਾਅਦ ਆਉਣਾ ਮੈਂ ਅਗਲੇ ਸਾਲ ਮੁੜੂ ਘਰ ਹੈ ਨਾ,
ਤੇ ਹੁਣ ਅੰਦੋਲਨ ਦੇ ਵਿੱਚ ਵੀ ਤਕਰੀਬਨ ਇਹੀ ਦਿਨ ਆ ਗਏ ਆ, 1-2 ਦਿਨ ਦੇ ਬਾਅਦ ਸਾਲ ਜਿਹੜਾ ਅਗਲਾ ਚੜ ਜਾਣਾ, ਕੀ ਕਹਿਣਾ ਚਾਹੁੰਦੇ? ਦੇਖੋ ਪ੍ਰਮਾਤਮਾ ਦੀ ਵਿਧ ਹੈ। ਅਸੀਂ ਪਹਿਲਾਂ ਵੀ ਬਾਬਾ ਜੀ ਤਾਰਾ ਬੈਠਾ ਹੈ, ਅਸੀਂ ਸਾਰੇ ਪ੍ਰਸ਼ਾਦਾ ਛਕ ਕੇ ਹਟੇ ਹੁਣੇ ਗੱਲਾਂ ਇਹੀ ਕਰੀ ਜਾਂਦੇ ਸੀ ਕਿ ਕਿੱਦਾਂ ਪ੍ਰਮਾਤਮਾ ਨੇ ਆ ਵਿਧ ਬਣਾਈ ਆ। ਉਹ ਬਾਈ ਹੋਰਾਂ ਤੋਂ ਪੁੱਛ ਰਹੇ ਸੀ, ਬਾਈ ਜੀ ਤੁਸੀਂ ਪਹਿਲਾਂ ਇਦਾਂ ਅੰਦੋਲਨ ਦੇਖਿਆ, ਕਿਉਂਕਿ ਸਾਥੋਂ ਕਾਫੀ ਵੱਡੀ ਉਮਰ ਦੇ ਬਾਈ ਜੀ, ਤਾਂ ਆਹੀ ਗੱਲਾਂ ਚੱਲਦੀਆਂ ਸੀ। ਪਰ ਬਸ ਇਹ ਹੈ ਕਿ ਉਸ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਸਾਨੂੰ ਏਕਾ ਬਖਸ਼ਿਆ ਔਰ ਸਾਰੇ ਸਬਰ 'ਚ ਬੈਠੇ ਆ ਤੇ ਕੋਈ ਮੇਜਰ ਪ੍ਰੋਬਲਮ ਨਹੀਂ ਕੋਈ ਆਈ। ਇਹ ਜਾਣੀ ਕੌਮ ਹੀ ਇਹੋ ਜਿਹੀ ਹੈ, ਪ੍ਰੋਬਲਮਾਂ ਆਈਆਂ ਤਾਂ ਉਹ ਛੋਟੀਆਂ ਛੋਟੀਆਂ ਬਣ ਕੇ ਰਹਿ ਗਈਆਂ, ਆਈਆਂ ਤੇ ਪਤਾ ਵੀ ਨਹੀਂ ਲੱਗਿਆ ਕਦੋਂ ਚਲੀਆਂ ਗਈਆਂ। ਇਹਨਾਂ ਦਿਨਾਂ 'ਚ ਮਾਲਕ ਵੀ ਮਿਹਰਬਾਨ ਹੈ। ਅਸੀਂ ਗੱਲਾਂ ਹੀ ਕਰੀ ਜਾਂਦੇ ਸੀ ਕਿ ਇਸ ਵਾਰੀ ਸਭਾ ਦੇ ਦਿਨਾਂ 'ਚ ਜਿਵੇਂ ਬਹੁਤ ਧੁੰਦ ਪੈਂਦੀ ਹੁੰਦੀ ਹੈ, ਮੀਂਹ ਵੀ ਪੈਂਦਾ ਹੁੰਦਾ ਹੈ, ਤਾਂ ਮਹਾਰਾਜ ਨੇ ਮੀਂਹ ਵੀ ਪਾਇਆ ਪਰ ਉਹ ਕਣੀਆਂ ਜਿਹੀਆਂ ਬਣਾਤੀਆਂ ਹਨਾ, ਉਹ ਜਾਣੀ ਸੂਲੀ ਦਾ ਸੂਲ ਹੀ ਬਣਾਤਾ ਮਹਾਰਾਜ ਨੇ। ਤੇ ਧੁੰਦ ਵੀ ਇਹਨਾਂ ਦਿਨਾਂ ਤੁਸੀਂ ਦੇਖ ਲਓ, ਸੂਰਜ ਹਰ ਰੋਜ਼ ਪ੍ਰਕਾਸ਼ ਹੁੰਦੇ ਆ ਤੇ ਦੇਹ ਤੇ ਵੀ ਪ੍ਰਕਾਸ਼ ਹੈ। ਸੋ ਜਾਣੀ ਇਸ ਗੱਲੋਂ ਮਹਾਰਾਜ ਦਾ ਸ਼ੁਕਰ ਹੈ। ਤੇ ਬਾਕੀ ਤਾਂ ਬਾਈ ਜਿੰਨੇ ਦਿਨ ਦਾ ਦਾਣਾ ਪਾਣੀ ਲਿਖਿਆ ਹੋਇਆ ਨਾ ਦਿੱਲੀ ਦਾ, ਉਹਨਾਂ ਦਿਨ ਤਾਂ ਇਹ ਛਕਣਾ ਪੈਣਾ ਹੈ। ਜਹਾਂ ਕਹਿ ਸਕਦੇ ਹਾਂ ਕਿ ਬਈ ਉਹ ਪ੍ਰਮਾਤਮਾ ਵੱਲੋਂ ਵੀ ਅੰਗ ਸੰਗ ਸਹਾਈ ਦੀ ਆਪਾਂ ਰੋਜ਼ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਅੰਗ ਸੰਗ ਸਹਾਈ ਹੋਵੇ। ਤੇ ਲੱਗਦਾ ਕਿਉਂਕਿ ਨਾ ਜੋ ਟੈਂਪਰੇਚਰ ਦਾ ਆਪਾਂ ਡੇਟਾਬੇਸ ਜੇ ਚੈੱਕ ਕਰੀਏ ਨਾ, ਤੇ ਇਹ ਜੋ ਦਿਨਾਂ ਦੇ ਵਿੱਚ ਜੇ ਦੁਪਹਿਰੇ ਤੁਸੀਂ ਵੀ ਤੁਰ ਫਿਰ ਕੇ ਜਾਂਦੇ ਹੋਏਗੇ, ਕੱਪੜੇ ਪਾਏ ਗਰਮੀ ਲੱਗਦੀ ਆ, ਮੁੜਕਾ ਜਾ ਮਤਲਬ ਹੈਰਾਨੀ ਵਾਲੀ ਗੱਲ ਹੈ, ਦਸੰਬਰ 'ਚ ਮੁੜਕਾ ਆਉਣ ਲੱਗ ਪਿਆ। ਤੇ ਪਿਛਲੇ ਸਾਲ ਦੇ ਨਾਲ ਜੇ ਤੁਸੀਂ ਇਹਨਾਂ ਦਿਨਾਂ ਦਾ ਟੈਂਪਰੇਚਰ ਚੈੱਕ ਕਰੋ, ਕੰਪੈਰੀਟਿਵਲੀ ਤੁਹਾਨੂੰ ਇਹ ਟੈਂਪਰੇਚਰ ਵੱਧ ਮਿਲੇਗਾ। ਨਹੀਂ ਤੇ ਹਰ ਮੈਨੂੰ ਯਾਦ ਹੈ ਕਿ ਦਸੰਬਰ ਦੇ ਵਿੱਚ 11-12 ਤਰੀਕਾਂ ਨੂੰ ਵਿਆਹ ਹੁੰਦੇ ਆ ਹੈ ਨਾ, ਤੱਕ ਉਦੋਂ ਤੱਕ ਚੱਲਦਾ ਸੀਜ਼ਨ ਵਿਆਹਾਂ ਦਾ। 1-2 ਵਿਆਹ ਫਾਰਮ ਹਾਊਸ ਜਿਹੜੇ ਹੈਗੇ ਆ ਨਾ, ਵਿਆਹ ਕਰਕੇ ਨਾ ਉਹ ਕਿਤੇ ਕੰਮ ਖਰਾਬ ਹੁੰਦਾ ਹੀ ਹੁੰਦਾ। ਪਰ ਐਤਕੀ ਦਿੱਲੀ ਦੇ ਵਿੱਚ ਕਿਉਂਕਿ ਜਿਹੜੀ ਆਪਾਂ ਰੋਡ ਤੇ ਆਏ ਆ, ਇਸ ਤੋਂ ਅੱਗੇ ਕਿੰਨੇ ਸਾਰੇ ਫਾਰਮ ਹਾਊਸ ਨੇ ਤੇ ਉਹ ਹੁੰਦੇ ਹੀ ਹੁੰਦੇ ਆ। ਤੇ ਪਰ ਐਤਕੀ ਹੈ ਕਿ ਉਹ ਮੌਸਮ ਨੇ ਵੀ ਸਾਥ ਦਿੱਤਾ ਹੈ ਨਾ, ਤੇ ਟੈਂਪਰੇਚਰ ਵੀ ਰੋਜ਼ ਸੂਰਜ ਖਿੜ ਕੇ ਚੱਲਦਾ, ਯਾਨੀ ਕਿ ਉੱਪਰੋਂ ਰੱਬੀ ਕਿਰਪਾ ਹੈਗੀ ਆ। ਦੇਖੋ ਸਾਰਾ ਭਾਈਚਾਰਾ ਬੈਠਾ ਬਾਈ, ਔਰ ਬੇਸ਼ੱਕ ਮੈਂ ਕਹਿ ਸਕਦਾ ਕਿ ਇੱਕ ਵਿਧਾ ਹੁੰਦੀ ਹੈ ਨਾ, ਗਿਆਨੀ ਹੁੰਦੇ ਆ, ਵਿਗਿਆਨੀ ਹੁੰਦੇ ਆ, ਬ੍ਰਹਮ ਗਿਆਨੀ ਹੁੰਦੇ ਆ, ਇੱਥੇ ਤਿੰਨਾਂ ਦਾ ਹੀ ਵਾਸ ਹੈ ਹਨਾ। ਲੱਖਾਂ ਦੀ ਗਿਣਤੀ 'ਚ ਸਾਡੇ ਪਿਓ ਦਾਦੇ ਬੈਠੇ ਆ ਇੱਥੇ, ਸਾਡੀਆਂ ਮਾਵਾਂ ਬੈਠੀਆਂ, ਤਾਂ ਯਾਰ ਉਹਨਾਂ ਅੰਦਰ ਉਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਉਸ ਮਾਲਕ ਦੀ ਸੋਚ ਨਾਲ, ਉਸ એનર્ਜੀ ਨਾਲ ਮੇਲ ਖਾਂਦੀਆਂ। ਸੋ ਇਸ ਕਰਕੇ ਜੇ ਕਹਿ ਸਕਦੇ ਹਾਂ ਕਿ ਉਹ ਰੂਹਾਂ ਬੈਠੀਆਂ ਇੱਥੇ ਹਨਾ, ਜਿਨ੍ਹਾਂ ਦੀ ਗੱਲ ਸਿੱਧੀ ਉਸ ਪਰਮਾਤਮਾ ਨਾਲ ਹੁੰਦੀ ਹੈ। ਸੋ ਇਸ ਕਰਕੇ ਸਾਰਾ ਮੌਸਮ ਤਾਂ ਭਲਾ ਹੀ ਹੋਇਆ ਪਿਆ ਸਾਰਾ। ਤੇ ਬਾਕੀ ਇਹ ਹੈ ਕਿ ਐਦਾਂ ਦਿਲ ਵੀ ਨਹੀਂ ਕਰਦਾ ਕਿ ਇੱਥੇ ਬੈਠੇ ਰਹੀਏ। ਅਰਦਾਸ ਤਾਂ ਚੱਤੋ ਪਰ ਹਰ ਜ਼ੁਬਾਨ ਦੀ ਇਹੀ ਹੈ, ਹਰ ਹਿਰਦੇ ਦੀ ਇਹੀ ਹੈ ਕਿ ਛੇਤੀ ਬਿੱਲ ਰੱਦ ਹੋਣ, ਜਿਸ ਮਕਸਦ ਦੇ ਲਈ ਅਸੀਂ ਸਾਰੇ ਭੈਣ ਭਰਾ ਇੱਥੇ ਪਿਓ ਦਾਦੇ ਸਾਡੇ ਇਕੱਠੇ ਬੈਠੇ ਹਾਂ। ਹਾਲਾਤ ਤਾਂ ਨਹੀਂ ਇਹ ਕਹਿ ਸਕਦੇ ਕਿ ਕੋਈ ਚੰਗੇ ਹਾਲਾਤ ਹੈ, ਲੜਾਈ ਜੰਗ ਵਾਸਤੇ ਆਏ ਹਾਂ, ਲੜਾਈ ਲੜਨ ਵਾਸਤੇ ਆਏ ਹਾਂ। ਪਰ ਬਾਕੀ ਇਹ ਹੈ ਕਿ ਸਬਰ ਵਾਲੀ ਕੌਮ ਹੈ, ਸ਼ੁਕਰ ਵਾਲੀ ਕੌਮ ਹੈ। ਅਖੀਰ ਤੇ ਆ ਕੇ ਤੁਹਾਨੂੰ ਇਹੀ ਜਵਾਬ ਦੇਊਗਾ, ਮੈਥੋਂ ਛੱਡ ਕੇ ਕਿਸੇ ਨੂੰ ਵੀ ਪੁੱਛ ਲਓ ਕਿ ਭਾਈ ਜਦੋਂ ਤੱਕ ਬਿੱਲ ਰੱਦ ਨਹੀਂ ਹੁੰਦਾ ਅਸੀਂ ਜਾਵਾਂਗੇ ਨਹੀਂ। ਤੇ ਬਾਕੀ ਇਹ ਹੈ ਕਿ ਜਦੋਂ ਤੱਕ ਰਵਾਂਗੇ ਚੜ੍ਹਦੀ ਕਲਾ 'ਚ ਰਵਾਂਗੇ ਜੀ। ਕਲਬ ਵੜੈਚ ਜੀ, ਲਗਾਤਾਰ ਤੁਸੀਂ ਅੰਦੋਲਨ ਦੇ ਵਿੱਚ ਆ ਰਹੇ ਹੋ ਹੈ ਨਾ, ਸਟੇਜ ਤੇ ਵੀ ਸੰਬੋਧਨ ਕਰਦੇ ਹੋ, ਲੋਕ ਸੁਣਦੇ ਆ, ਪਬਲਿਕ ਜਿਹੜਾ ਹੈਗੀ ਇਹਦੇ ਇੱਕ ਸਾਥ ਦਿੰਦੀ ਹੈਗੀ ਆ, ਲੋਕਾਂ ਦੇ ਵਿੱਚ ਵਿਚਰਦੇ ਵੀ ਹੈਗੇ ਹੋ। ਇੱਕ ਕੋਈ ਚੇਂਜ ਮਹਿਸੂਸ ਕਰ ਰਹੇ ਹੋ ਕਿਉਂਕਿ 1 ਮਹੀਨੇ ਤੋਂ ਉੱਪਰ ਦਾ ਸਮਾਂ ਟੱਪ ਗਿਆ, ਮਤਲਬ ਕਿ ਹੌਸਲੇ ਭਾਈ ਸਾਹਿਬਾਂ ਨੇ ਕਿਹਾ ਕਿ ਬਈ ਉਹ ਕਹਿੰਦੇ ਕਿ ਰੱਦ ਕਰਾਏ ਬਗੈਰ ਨਹੀਂ ਮੁੜਨਾ, ਪਰ ਤੁਹਾਨੂੰ ਅੰਦਰੋਂ ਕੀ ਇੱਕ ਫੀਲਿੰਗ ਆਉਂਦੀ ਹੈ ਕਿ ਬਈ ਇੱਕ ਅੰਦਰ ਦੀ ਗੱਲ ਕੀ ਕਹਿੰਦੀ ਹੈਗੀ ਆ ਲੋਕਾਂ ਦੇ, ਕਿ ਬਈ ਕੀ ਲੱਗਦਾ ਹੈ ਕਿ ਜੇ ਮਹੀਨਾ 2-3 ਮਹੀਨੇ ਚੱਲ ਗਿਆ ਤੇ ਲੋਕੀ ਖੜਨਗੇ ਇੱਥੇ ਜਾਂ ਕਿੱਦਾਂ? ਜਿੱਦਣ ਅਸੀਂ ਤੁਰੇ ਸੀ ਨਾ ਪੰਜਾਬ ਤੋਂ ਜਾਂ ਘਰਾਂ ਤੋਂ, ਤਾਂ ਇੱਕ ਗੱਲ ਕਹਿ ਕੇ ਤੁਰੇ ਸੀ ਕਿ ਅਸੀਂ 6 ਮਹੀਨਿਆਂ ਦਾ ਰਾਸ਼ਨ ਲੈ ਕੇ ਤੁਰੇ ਆ। ਤਾਂ 6 ਮਹੀਨਿਆਂ ਦਾ ਰਾਸ਼ਨ ਜਿਹੜਾ ਅਸੀਂ ਲੈ ਕੇ ਤੁਰੇ ਆ, ਉਹ ਤਾਂ ਹਲੇ ਅਸੀਂ ਵਰਤਿਆ ਨਹੀਂ। ਸਾਨੂੰ ਹਰਿਆਣਾ ਜਿਹੜਾ ਸਾਡੇ ਨਾਲ ਜੁੜਿਆ, ਸਾਡਾ ਭਾਈਚਾਰਾ, ਸਾਨੂੰ ਉਹਨੇ ਹੀ ਦੁੱਧ ਦੇ, ਲੱਸੀਆਂ ਦੇ, ਹੋਰ ਪਦਾਰਥ ਖਾਣ ਦੇ, ਮਤਲਬ ਐਂ ਲਾ ਲਓ ਵੀ ਨਦੀਆਂ ਵਹਾਈਆਂ, ਨਹਿਰਾਂ ਵਹਾਉਣ ਵਾਲਾ ਦੁੱਧ ਵਾਲਾ ਕੰਮ ਆ, ਕਿ ਬਾਕੀ ਰਾਸ਼ਨ ਤਾਂ ਹਲੇ ਪਿਆ। ਤਾਂ ਸਾਡਾ ਸਬਰ ਤਾਂ ਸਾਰੀ ਦੁਨੀਆ ਜਾਣਦੀ ਹੈ। ਕਿਸਾਨ ਉਹ ਹੈ ਕਿ ਜਿਹੜਾ ਜਦੋਂ ਕਣਕ ਬੀਜਦਾ ਤਾਂ 6 ਮਹੀਨਿਆਂ ਬਾਅਦ ਪੱਕਦੀ ਆ, ਤੇ ਬੀਜ ਕੇ 6 ਮਹੀਨਿਆਂ ਬਾਅਦ ਉਹਨੂੰ ਵੱਢਦਾ, ਫਿਰ ਉਹ ਭੜੋਲਿਆਂ 'ਚ ਪਾਉਂਦਾ, ਫਿਰ ਉਸ ਅਨਾਜ ਨੂੰ ਉਸ ਤੋਂ ਅਗਲੇ ਸਾਲ ਵਰਤਦਾ ਆਪਣੇ ਖਾਣ ਲਈ। ਤਾਂ ਇਹ ਸਾਡਾ ਸਬਰ ਹੈ। ਤਾਂ ਸਬਰ ਤਾਂ ਸਾਡਾ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲੇ, ਇਹ ਤਾਂ ਤੋੜ ਨਹੀਂ ਸਕਦੀ। ਤੇ ਬਾਕੀ ਅਸੀਂ ਘਰਾਂ 'ਚੋਂ ਇਹ ਸੋਚ ਕੇ ਆਏ ਹਾਂ ਕਿ ਅਸੀਂ 6-6 ਮਹੀਨੇ ਦਾ ਰਾਸ਼ਨ ਲੈ ਕੇ ਕਿ ਸਾਨੂੰ ਲੰਮਾ ਬਹਿਣਾ ਪਊਗਾ। ਬਾਕੀ ਇੱਥੇ ਅਸੀਂ ਖੱਟਿਆ ਬਹੁਤ ਕੁਛ ਹੈ, ਅਸੀਂ ਆਪਣੀ ਭਾਈਚਾਰਕ ਸਾਂਝ ਖੱਟ ਲਈ। ਅੱਜ ਇੱਥੇ ਆਪਾਂ ਬੈਠੇ ਇੰਟਰਵਿਊ ਕਰਦੇ ਹਾਂ, ਮਤਲਬ ਨਾ ਕੋਈ ਰਿਸ਼ਤੇਦਾਰੀ ਹੈ, ਨਾ ਹੀ ਕੋਈ ਪਹਿਲਾਂ ਕੋਈ ਪੁਰਾਣਾ ਮੁਲਾਜ਼ਾ, ਕਿ ਸਿਰਫ ਲੰਘਦੇ ਸੀ ਕਿ ਯਾਰ ਢਾਬੇ 'ਤੇ ਕੀ ਖਾਵਾਂਗੇ, ਵੀ ਆਪਣੇ ਲੰਗਰ ਚੱਲਦੇ ਨੇ, ਨਾਲੇ ਗੱਲਬਾਤ ਹੋਊਗੀ, ਭਰਾਵਾਂ ਨੂੰ ਮਿਲਾਂਗੇ, ਬਾਈ ਜੀ ਲੰਗਰ ਛਕਣਾ,
ਬਹਿ ਗਏ ਹਾਂ, ਕੋਈ ਨਹੀਂ ਸੀ ਜਾਣਦਾ ਸਾਨੂੰ। ਇਹ ਜੇ ਕਲਾਕਾਰ ਚਲੋ ਭਰਾ ਜਾਣਦੇ ਹੋਣਗੇ, ਪਰ ਕਲਾਕਾਰ ਬਣ ਕੇ ਤਾਂ ਹੀ ਨਹੀਂ, ਤਾਂ ਭਰਾ ਬਣ ਕੇ ਇਹ ਜਿਹੜੀ ਭਾਈਚਾਰਕ ਸਾਂਝ ਹੈ ਇਹ ਲੈ ਕੇ ਇਹ ਸਾਨੂੰ ਮਿਲੀ ਹੈ। ਸਾਨੂੰ ਸਬਰ ਬਹੁਤ ਮਿਲਿਆ। ਸਾਡੇ ਤੇ ਜਿਹੜੇ ਧੱਬੇ ਲੱਗਦੇ ਸੀ ਕਿ ਪੰਜਾਬ ਗਰਕ ਗਿਆ, ਨੌਜਵਾਨੀ ਗਰਕ ਗਈ, ਇਹ ਜਿਹੜਾ ਸਾਂਝ ਮੁੱਕ ਗਈ, ਉਹ ਸਾਰੀਆਂ ਚੀਜ਼ਾਂ ਦੇ ਦਾਗ ਧੋਤੇ ਗਏ। ਤੇ ਨੌਜਵਾਨੀ ਦੇ ਵਿੱਚ ਪੋਲੀਟੀਕਲੀ ਅਵੇਅਰਨੈਸ ਬਹੁਤ ਆਈ ਹੈ ਕਿ ਹੁਣੇ ਹੀ ਗੱਲਾਂ ਹੁੰਦੀਆਂ ਇੱਥੇ ਵੀ ਆਹ ਤਾਂ ਆਪਾਂ ਜਿੱਤਾਂਗੇ, ਤੇ ਇਦੋਂ ਬਾਅਦ ਜਿਹੜੇ ਜਦੋਂ ਵਾਪਸ ਜਾਣਾ ਤੇ ਜਦੋਂ ਅੱਗੋਂ ਬਾਅਦ ਇਲੈਕਸ਼ਨ ਆਉਣੇ ਆ ਕਿ ਜਿਹੜੇ ਲੀਡਰਾਂ ਨੇ ਸਾਡਾ ਘਾਣ ਕੀਤਾ ਹੈ, ਹੁਣ ਉਹਨਾਂ ਨੂੰ ਸਵਾਲ ਕਰਨੇ ਆ। ਨੌਜਵਾਨੀ ਇਹ ਕਹਿੰਦੀ ਹੈ, ਬਜ਼ੁਰਗ ਇਹ ਕਹਿੰਦੇ ਆ, ਮਾਵਾਂ ਇਹ ਕਹਿੰਦੀਆਂ ਕਿ ਹੁਣ ਆਵੇ ਜਿਹੜਾ 4 ਵਾਰ MLA ਬਣ ਗਿਆ ਸੀ 22 ਚ ਵੇਖਾਂਗੇ। ਇਹ ਪੋਲੀਟੀਕਲੀ ਅਵੇਅਰਨੈਸ ਹੈ, ਜਿਹੜੀ ਭਾਈਚਾਰਕ ਸਾਂਝ ਹੈ, ਇਹ ਚੀਜ਼ਾਂ ਸਾਨੂੰ, ਇਹ ਤਾਂ ਸਾਡੇ ਲਈ ਅਨਮੋਲ ਚੀਜ਼ਾਂ ਨੇ ਕਿ ਜਿਹੜੀਆਂ ਸ਼ਾਇਦ ਲੱਖਾਂ ਕਰੋੜਾਂ ਖਰਚ ਕੇ, ਲੱਖਾਂ ਐਜੀਟੇਸ਼ਨ ਲਾ ਕੇ, ਲੱਖਾਂ ਤੁਸੀਂ ਮਤਲਬ ਸਮਾਗਮ ਕਰਕੇ ਵੀ ਨਹੀਂ ਸੀ ਦੇ ਸਕਦੇ, ਜੋ ਸਾਨੂੰ 1 ਮਹੀਨੇ 'ਚ ਮਿਲ ਗਿਆ। ਤੇ ਇਸ ਤੋਂ ਵੱਡੀ ਪ੍ਰਾਪਤੀ ਤਾਂ ਮੈਨੂੰ ਲੱਗਦਾ ਇਹਦੇ 'ਚ ਹੀ ਪ੍ਰਮਾਤਮਾ ਦਾ ਵਾਸ ਹੈ, ਮਾਨਵਤਾ 'ਚ ਹੀ ਪ੍ਰਮਾਤਮਾ ਦਾ ਵਾਸ ਹੈ। ਮਾਨਵਤਾ ਅੱਜ ਇੱਕ ਹੋਈ ਪਈ ਹੈ, ਤੇ ਇਸ ਤੋਂ ਵੱਡਾ ਤਾਂ ਕੋਈ ਮੈਨੂੰ ਲੱਗਦਾ ਕੋਈ ਆਸ਼ੀਰਵਾਦ ਹੋ ਹੀ ਨਹੀਂ ਸਕਦਾ। ਕਲਾਕਾਰ ਖਿੱਤੇ ਬਾਰੇ ਜੇ ਗੱਲ ਕਰੀਏ ਹੈ ਨਾ, ਤੇ ਇੱਕ VIP ਕਲਚਰ ਨੂੰ ਤੋੜ ਕੇ ਉਹ ਇੱਥੇ ਆਮ ਬੰਦਿਆਂ ਦੇ ਵਿੱਚ ਬੈਠਾ ਹੈ, ਲੰਗਰ ਛਕ ਰਿਹਾ, ਮਿਲ ਰਿਹਾ, ਕੋਈ ਬੋਡੀਗਾਰਡ ਨਹੀਂ ਹੈ ਉਹਦੇ। ਤੁਸੀਂ ਹੁਣੇ ਗੱਲ ਕਰ ਰਹੇ ਹੋ ਨਾ ਕਿ ਬਈ ਆਮ ਗੱਲ ਹੀ ਇਹ ਹੁੰਦੀ ਹੈ ਕਿ ਬਈ ਲੰਗਰ ਛਕਣਾ ਜੀ ਹੁਣ ਹੈ ਨਾ, ਕੋਈ ਐ ਨਹੀਂ ਕਿ ਕਿਤੇ ਆਪਾਂ ਇਹ ਕਦੀ ਸੋਚਿਆ ਵੀ ਨਹੀਂ ਸੀਗਾ ਕਿ ਇਹ ਤਰਪਾਲ ਥੱਲੇ ਬੈਠੇ ਹੋਵਾਂਗੇ। ਇੱਦਾਂ ਇਹ ਸੜਕ ਹੀ ਹੈਗੀ ਜਿੱਥੇ ਆਪਾਂ ਬੈਠੇ ਆ। ਨਾਲ ਇਹ ਦਿਖਾ ਦਿਓ ਜਰਾ ਕੈਮਰਾਮੈਨ ਵੀਰ, ਇਹ ਟਰੈਕਟਰ ਦਾ ਦੇ ਬਿਲਕੁਲ ਹੈ ਅੱਗੇ ਹੈ ਫੋਰਡ ਦਾ ਟਰੈਕਟਰ ਖੜਾ ਔਰ ਨਾਲ ਬੈਠੇ ਆ। ਤੇ ਕਿਤੇ ਭਾਈ ਕੋਈ ਵਹਿਮ ਭੁਲੇਖਾ ਨਾ ਹੋਵੇ ਕਿ ਵੀ VIP ਕਲਚਰ ਦੇ ਵਿੱਚ ਕਾਇਮ ਨੇ। ਬਈ ਇਹ ਵੀ ਨਾ ਰਵੇ ਕਿ ਬਈ ਆਂਦੇ ਆ ਸਟੇਜ ਤੇ, ਆਂਦੇ ਆਮ ਲੋਕਾਂ ਨਾਲ, ਆਮ ਤੌਰ ਤੇ ਵੀ ਉਹ VIP ਕਲਚਰ ਜਿਹੜਾ ਹੈਗਾ ਨਾ ਉਹ ਬਿਲਕੁਲ ਤੋੜਿਆ ਹੋਇਆ। ਲੋਕਾਂ ਨਾਲ ਮਿਲਦੇ ਆ, ਗੱਲਬਾਤ ਕਰਦੇ ਆ, ਲੰਗਰ ਛਕਦੇ ਆ। ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ? ਕਦੀ ਇਮੇਜਿਨ ਕੀਤਾ ਸੀਗਾ ਕਿ ਇਹ ਵੀ ਸਮਾਂ ਆਏਗਾ? VIP ਦਾ ਮਤਲਬ ਹੁੰਦਾ ਵੈਰੀ ਇੰਪੋਰਟੈਂਟ ਪਰਸਨ। ਵੈਰੀ ਇੰਪੋਰਟੈਂਟ ਪਰਸਨ ਜਿਹਨੂੰ ਵੀ ਬਣਾਉਂਦੇ ਨੇ, ਲੋਕ ਬਣਾਉਂਦੇ ਨੇ, ਗੁਰੂ ਮਹਾਰਾਜ ਦੀ ਕਿਰਪਾ ਨਾਲ ਲੋਕ ਬਣਾਉਂਦੇ ਆ। ਤਾਂ ਜਦੋਂ ਜਿਨ੍ਹਾਂ ਨੇ ਬਣਾਇਆ VIP, ਤਾਂ ਅੱਜ ਜਦੋਂ ਉਹ ਇੱਥੇ ਸੜਕਾਂ 'ਤੇ ਬੈਠੇ ਆ ਤਾਂ ਪਰ ਅਸੀਂ ਕਿਉਂ ਨਹੀਂ? ਨਾਲੇ VIP ਤਾਂ ਇਹ ਤਾਂ ਇੱਕ ਸ਼ੋਸ਼ੇਬਾਜ਼ੀ ਹੈ, ਇਸੇ ਪਿਰਤ ਨੂੰ ਤਾਂ ਆਪਾਂ ਖਤਮ ਕਰਨਾ। ਨਾਲੇ ਅੱਜ ਦੇ ਦਿਨਾਂ ਦੇ ਵਿੱਚ ਤਾਂ ਸਾਡੇ ਗੁਰੂ ਸਾਹਿਬ ਕੰਡਿਆਂ 'ਤੇ ਪਏ ਆ, ਪਰਿਵਾਰ ਵਾਰਿਆ ਕੰਡਿਆਂ 'ਤੇ ਸੌਂ ਨੇ, ਜਿਹਨੇ ਸਾਨੂੰ ਕੰਡਿਆਂ 'ਤੇ ਸੌਂ ਕੇ ਮਾਨਵਤਾ ਬਚਾਈ ਹੈ। ਤਾਂ ਅੱਜ ਉਹਦੇ ਲਾਲ, ਅੱਜ ਉਹਦੇ ਪੁੱਤ ਸੜਕਾਂ ਕੀ ਚੀਜ਼ ਨੇ। ਸਾਡੇ ਕੋਲ ਤਾਂ ਬੇਸ਼ੱਕ ਸੜਕ 'ਤੇ ਦੇਖੋ ਤਾਂ ਜੀ ਕੰਬਲ ਮਹਿੰਗੇ ਮਹਿੰਗੇ, ਤਰਪਾਲ ਹੈ ਸਾਡੇ ਕੋਲ, ਉਹਨਾਂ ਕੋਲ ਤਾਂ ਕੁਝ ਵੀ ਨਹੀਂ ਸੀ, ਉਹਨਾਂ ਕੋਲ ਤਾਂ ਛੱਤ ਵੀ ਨਹੀਂ ਸੀ, ਕੰਡੇ ਸੀ ਥੱਲੇ। ਅੱਜ ਤਾਂ ਬੜੀ ਮੌਜ ਆ। ਤੇ ਸਾਡੇ ਕੋਲ ਤਾਂ ਇਸ ਤੋਂ ਵੱਡੀ ਕੀ ਮੌਜ ਹੈ? ਸਾਨੂੰ ਘਾਟ ਕਿਹੜੀ ਚੀਜ਼ ਦੀ ਹੈ? ਅਰੇ ਇਹ ਸੜਕ ਵੀ ਸਾਡੇ ਪੈਸੇ ਦੀ ਬਣੀ ਆ, ਇਹ ਵੀ ਸਾਡੀਆਂ ਮਿਹਨਤਾਂ ਦੀ ਬਣੀ ਹੈ, ਕਿਸੇ ਦੇ ਬਾਪ ਦੀ ਨਹੀਂ ਹੈ। ਇਹ ਸਰਕਾਰਾਂ ਨੂੰ ਸੋਚਣਾ ਪਊਗਾ ਕਿ ਸੜਕ ਆਪਣੀ ਤੇ ਬੈਠੇ ਆ, ਕਿਸੇ ਦੀ ਤੇ ਨਹੀਂ ਬੈਠੇ। ਔਰ ਸਾਨੂੰ ਸਾਡੇ ਗੁਰੂ ਨੇ ਬਿਠਾਇਆ, ਔਰ ਸਾਡੇ ਗੁਰੂ ਨੇ ਤਾਂ ਸਾਨੂੰ ਕੰਡਿਆਂ ਦੇ ਬਹਿਣਾ ਸਿਖਾਇਆ। ਤਾਂ ਸਾਡੀਆਂ, ਅਸੀਂ ਤਾਂ ਮਖਮਲੀ ਗੱਦਿਆਂ 'ਤੇ ਬੈਠੇ ਹਾਂ, ਬੇਸ਼ੱਕ ਸੜਕ 'ਤੇ ਬੈਠੇ ਹਾਂ। ਸੋਨੀਆ ਮਾਨ ਜੀ ਕੋਲ ਮੈਂ ਆਵਾਂਗਾ। ਇੱਕ ਔਰਤ ਦੇ ਤੌਰ ਤੇ, ਇੱਕ ਬੀਬੀ ਦੇ ਤੌਰ ਤੇ ਤੁਹਾਡੀ ਕੀ ਸੋਚ ਹੈ? ਕਿਉਂਕਿ ਲਗਾਤਾਰ ਨੇ ਜਦੋਂ ਧਰਨੇ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਬਈ ਸਾਡੇ ਨੌਜਵਾਨ ਨੇ, ਬਜ਼ੁਰਗ ਨੇ, ਬਾਪੂ ਨੇ ਅੱਗੇ ਆਏ ਨੇ, ਪਿੱਛੇ ਵੀ ਸ਼ੰਭੂ ਮੋਰਚੇ ਦੇ ਵਿੱਚ ਉੱਥੇ ਸਾਰੇ ਆਏ ਨੇ। ਬੀਬੀਆਂ ਤਾਂ ਇਹ ਹੁੰਦਾ ਸੀਗਾ ਕਿ ਠੀਕ ਹੈ ਮਾਰਨਿੰਗ 'ਚ ਆਈਆਂ, ਸ਼ਾਮੀ ਪਰਤ ਕੇ ਵਾਪਸ ਘਰ ਨੂੰ ਚਲੀ ਜਾਂਦੀਆਂ ਸੀ। ਪਰ ਇੱਦਾਂ ਕਦੀ ਵੀ ਕਿਸੇ ਪੰਜਾਬ ਦੀ ਧੀ ਨੇ, ਮੈਨੂੰ ਨਹੀਂ ਲੱਗਦਾ ਕਿ ਐਕਸਪੈਕਟ ਕੀਤਾ ਸੀਗਾ ਕਿ ਰਹਿਣਾ ਵੀ ਉੱਥੇ ਪਏਗਾ। ਕਈ ਛੋਟੇ ਛੋਟੇ ਬੱਚੇ ਵੀ ਲੈ ਕੇ ਆਏ ਨੇ। ਪ੍ਰਸ਼ਾਦਾ ਸਵੇਰ ਦਾ, ਰਾਤ ਦਾ, ਦੁਪਹਿਰ ਦਾ, ਸਾਰਾ ਜਿਹੜਾ ਮਤਲਬ ਅਚਾਰ ਤੱਕ ਪਾ ਲਿਆ ਬੀਬੀਆਂ ਨੇ GT ਰੋਡ ਤੇ, ਹੈ ਨਾ। ਤੇ ਮਤਲਬ ਅਚਾਰ ਉੱਥੇ ਹੀ ਪੰਦਾ ਹੁੰਦਾ ਜਿੱਥੇ ਉਹ ਕਹਿੰਦੇ ਨੇ ਆਮ ਤੌਰ ਤੇ ਧੀਆਂ ਜਿਹੜੀਆਂ ਨਾ ਆਪਣੇ ਪੇਕੇ ਜਾ ਕੇ ਆ, ਜਿਹੜਾ ਨੂੰਹ ਹੈ ਨਾ, ਉਹ ਜਦੋਂ ਵਧੀਆ ਖੁੱਲਾ ਰਹਿਣ ਆਈ ਹੋਵੇ ਨਾ, ਉਦੋਂ ਕਹਿੰਦੇ ਚਲੋ ਬਈ ਅਚਾਰ ਪਾ ਲੈਂਦੇ ਆ। ਤੇ ਮਤਲਬ ਅਚਾਰ ਤੱਕ ਪਾ ਲਿਆ ਬੀਬੀਆਂ ਨੇ, ਹੈ ਨਾ। ਤੇ ਯਾਨੀ ਕਿ ਬੀਬੀਆਂ ਦੀ ਇੱਕ ਇਸ ਅੰਦੋਲਨ ਦੇ ਵਿੱਚ ਛਵੀ ਨੂੰ ਕਿੱਦਾਂ ਦੇਖਦੇ ਹੋ, ਔਰ ਕਿੱਦਾਂ ਉਹਨਾਂ ਨੇ ਇਸ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਦਿੱਤਾ? ਵੇਖੋ ਜੀ, ਅਸੀਂ ਮਾਈ ਭਾਗੋ ਜੀ ਦੀ ਵਿਰਾਸਤ ਦੀ ਪੀੜ੍ਹੀ ਦੇ ਵਿੱਚ ਆਉਂਦੇ ਹਾਂ, ਹੈ ਨਾ। ਔਰ ਉਹਨਾਂ ਨੇ ਵੀ ਜੰਗਾਂ ਲੜੀਆਂ ਸੀਗੀਆਂ ਔਰ ਜਿੱਤੀਆਂ ਸੀਗੀਆਂ, ਔਰ ਆਖਿਰਕਾਰ ਸਾਡੇ ਵਿੱਚ ਵੀ ਇਨਕਲਾਬੀ ਖੂਨ ਉਹਨਾਂ ਦਾ ਦਿੱਤਾ ਹੋਇਆ ਹੀ ਹੈ। ਸੋ ਮੈਂ ਮੰਨਦੀ ਹਾਂ ਕਿ ਮੁੰਡੇ ਤੇ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ, ਹੈ ਨਾ। ਅਤੇ ਸਾਡਾ ਵੀ ਓਨਾ ਹੀ ਫਰਜ਼ ਹੈ ਆਪਣੇ ਬਾਪ ਦੇ ਪ੍ਰਤੀ, ਸਾਡੇ ਆਪਣੇ ਬਾਪੂ ਦੇ ਪ੍ਰਤੀ।
ਜ਼ਿੰਮੇਵਾਰੀਆਂ ਨਿਭਾਉਣ ਦਾ। ਸੋ ਮੈਂ ਇਹ ਦੇਖਦੀ ਹਾਂ ਵੀ ਜਦੋਂ ਸਾਡੀਆਂ ਬਜ਼ੁਰਗ ਮਾਵਾਂ ਇੱਥੇ ਬੈਠੀਆਂ ਨੇ ਅਤੇ ਸਾਡੀਆਂ ਆਪਾਂ ਧੀਆਂ ਨੂੰ ਵੀ ਅੱਗੇ ਹੋ ਕੇ ਉਹਨਾਂ ਦੇ ਨਾਲ ਮੋਢਾ ਜੋੜ ਕੇ ਕੰਮ ਕਰਾਉਣਾ ਚਾਹੀਦਾ ਆ, ਉਹਨਾਂ ਨਾਲ ਇੱਥੇ ਹੋਣਾ ਚਾਹੀਦਾ ਹੈ ਨਾ। ਉਹ ਇੰਨੀ ਠੰਡ ਦੇ ਵਿੱਚ ਉਹਨਾਂ ਨੇ ਤਾਂ ਸਾਰੀ ਜ਼ਿੰਦਗੀ ਕੰਮ ਕਰਦੇ ਕਰਦੇ ਸਾਨੂੰ ਸਰਵ ਕੀਤਾ ਆ ਹੈ ਨਾ। ਇਹ ਸਾਡੀ ਰਿਸਪੌਂਸਿਬਿਲਿਟੀ ਹੈ ਇਸ ਟਾਈਮ 'ਤੇ ਧੀਆਂ ਦੀ, ਆਪਣੇ ਪਿਓ ਨੂੰ ਸਾਂਭਣਾ, ਆਪਣੇ ਮਾਂ ਪਿਓ ਨੂੰ ਸਾਂਭਣਾ, ਆਪਣੀ ਮਾਵਾਂ ਦੇ ਨਾਲ ਕੰਮ ਕਰਾਉਣਾ। ਇਹ ਮੈਂ ਸੋਚਦੀ ਹਾਂ। ਤੁਸੀਂ ਬਾਲੀਵੁੱਡ ਦੇ ਵਿੱਚ ਕਾਫੀ ਸਮਾਂ ਤੁਸੀਂ ਰਹੇ ਹੋ, ਬਾਲੀਵੁੱਡ ਦੇ ਵਿੱਚੋਂ ਜਿਹੜੀ ਨੈਗੇਟਿਵਿਟੀ ਆਈ ਉਹ ਅਸੀਂ ਦੇਖੀ, ਉਹਦੇ ਬਾਰੇ ਅਸੀਂ ਗੱਲ ਨਹੀਂ ਕਰਾਂਗੇ। ਕਈ ਲੋਕ ਤੁਹਾਡੇ ਨਾਲ ਕਨੈਕਟਡ ਹੋਣਗੇ ਸੋਸ਼ਲ ਮੀਡੀਆ ਰਾਹੀਂ, ਟਵਿੱਟਰ ਨਾਲ ਰਾਹੀਂ ਜਾਂ ਪਰਸਨਲ ਫੋਨ ਕੰਟੈਕਟਸ ਦੇ ਰਾਹੀਂ। ਕੁਝ ਪੋਜ਼ਿਟਿਵ ਉਧਰੋਂ ਨਿਕਲ ਕੇ ਆ ਰਿਹਾ ਸਪੋਰਟ ਦੇ ਵਿੱਚ, ਕੁਝ ਕਿਸਾਨਾਂ ਦੇ ਬਾਰੇ ਲੋਕ ਗੱਲ ਕਰ ਰਹੇ ਹੈ ਜਾਂ ਨਹੀਂ? ਵੇਖੋ ਜੀ, ਮੈਨੂੰ ਪੁੱਛਦੇ ਨੇ ਸਾਰੇ ਕਿ ਇਹ ਕਿਸਾਨ ਅੰਦੋਲਨ ਚੱਲ ਰਿਹਾ ਹੈ ਪੰਜਾਬ ਮੇਂ ਹੈ ਨਾ, ਅਤੇ ਮੈਂ ਸਾਰਿਆਂ ਨੂੰ ਇਹ ਕਹਿੰਦੀ ਹਾਂ ਵੀ ਤੁਸੀਂ ਵੀ ਕਿਸਾਨ ਦਾ ਦਿੱਤਾ ਹੋਇਆ ਅੰਨ ਖਾਂਦੇ ਹੋ ਘਰੇ ਬੈਠੇ ਹੈ ਨਾ, ਆਪਣੇ ਏਸੀ ਦੇ ਕਮਰਿਆਂ 'ਚ ਬੈਠ ਕੇ। ਕਿਸਾਨ ਇੰਨੀ ਮਿਹਨਤ ਕਰਦਾ ਹੈ, ਉਹ ਤੁਹਾਡੇ ਕੋਲ ਅੱਜ ਰੋਟੀ ਵੀ ਤੁਸੀਂ ਖਾਂਦੇ ਹੋ, ਉਹਨਾਂ ਨੇ ਦਿੱਤੀ ਹੋਈ ਹੈ, ਬ੍ਰੈਡ ਵੀ ਦਿੱਤੀ ਹੋਈ ਉਹਨਾਂ ਦੀ ਹੈ ਨਾ। ਵੀ ਤੁਹਾਨੂੰ ਐਟਲੀਸਟ ਇੱਕ ਟਵੀਟ ਕਰਨਾ ਚਾਹੀਦਾ ਆ। ਤੁਸੀਂ ਇੱਥੇ ਨਹੀਂ ਆ ਸਕਦੇ, ਤੁਸੀਂ ਕਮ ਸੇ ਕਮ ਆਪਣੇ ਸੋਸ਼ਲ ਮੀਡੀਆ 'ਤੇ ਸਪੋਰਟ ਕਰ ਸਕਦੇ ਹੋ। ਬਟ ਵੇਖੋ, ਕਈ ਕਲਾਕਾਰਾਂ ਨੂੰ ਇਹ ਲੱਗਦਾ ਆ ਵੀ ਸਾਡੀ ਸਰਕਾਰ ਜਿਹੜੀ ਹੈ ਉੱਤੇ BJP ਦੀ ਸਰਕਾਰ ਹੈ, ਸਾਡੇ ਪ੍ਰਾਈਮ ਮਿਨਿਸਟਰ ਦੇ ਖਿਲਾਫ ਜਾਵਾਂਗੇ, ਸਾਡੇ ਉੱਤੇ ED ਦੀ ਕੋਈ ED ਆ ਸਕਦੀ ਹੈ, ਜਾਂ ਫਿਰ ਸਾਡੇ ਉੱਤੇ ਕੱਲ੍ਹ ਨੂੰ ਸਾਡੇ ਕੰਮ ਹੁੰਦੇ ਰਹਿ ਜਾਣਗੇ ਹੈ ਨਾ। ਕਈ ਸਾਰੇ ਲੋਕ ਇੰਨਾ ਖੁੱਲ੍ਹ ਕੇ ਅੱਗੇ ਨਹੀਂ ਆਉਂਦੇ। ਕਈਆਂ ਨੂੰ ਬਹੁਤ ਕੰਮ ਆ, ਪੋਲੀਟੀਕਲ ਪ੍ਰੈਸ਼ਰਸ ਨੇ, ਕਈਆਂ ਨੂੰ ਪੋਲੀਟੀਕਲ ਕੰਮ ਆ ਸਾਰਿਆਂ ਦੇ ਨਾਲ, ਸਾਰੇ ਨਹੀਂ ਵਿਗਾੜਦੇ। ਬਹੁਤ ਘੱਟ ਕਲਾਕਾਰ ਹੁੰਦੇ ਨੇ ਜਿਹੜੇ ਇਹ ਸੋਚ ਕੇ ਤੁਰਦੇ ਨੇ ਵੀ ਅਸੀਂ ਤੇ ਆਪਾਂ ਸਾਡੇ ਬਾਪੂਆਂ ਦੇ ਨਾਲ, ਸਾਡੇ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਜੁੜਨਾ ਆ। ਸਾਰੇ ਇਸ ਤਰੀਕੇ ਦੇ ਨਾਲ ਇਹ ਸੋਚ ਰਹਿ ਕੇ ਨਹੀਂ ਰੱਖਦੇ, ਨਹੀਂ ਤੇ ਸਾਰੇ ਭਗਤ ਸਿੰਘ ਨਾ ਬਣ ਜਾਂਦੇ। ED ਦੀ ਗੱਲ ਕਹੀ, ਬੜੀ ਸਹੀ ਗੱਲ ਕਹੀ। ਕਈ ਲੋਕ ਕਹਿ ਵੀ ਰਹੇ ਆ ਕਿ ਬਈ ਹੁਣ ਤੇਰੇ ਤੇ ED ਆ ਜਾਣੀ ਹੈ, ਕੁਛ ਆ ਜਾਣਾ। ਜਿਸ ਤਰ੍ਹਾਂ ਨਾ ਤੁਸੀਂ ਦੇਖਿਆ ਵੀ ਕਿ ਬਈ ਕੋਈ ਜੇ ਚੰਗਾ ਕੰਮ ਕਰ ਰਿਹਾ ਉਸ ਦੇ ਉੱਪਰ ਕਿਸ ਤਰੀਕੇ ਟੈਗ ਲਗਾ ਦਿੱਤੇ ਗਏ, ਬੜੀ ਚੀਜ਼ਾਂ ਹੈ ਨਾ। ਕੀ ਤੁਹਾਨੂੰ ਨਹੀਂ ਲੱਗਦਾ ED ਦਾ ਡਰ? ਕੀ ਕਹਿਣਾ ਚਾਹੋ? ਅਸੀਂ ਤਾਂ ਫਿਲਮਾਂ 'ਚ ਹੀ ਦੇਖਿਆ ਬਾਈ ਕਿ 100-150 ਬੰਦਾ ਆਇਆ ਹੁੰਦਾ, ਇੱਕਦਮ ਘਰੇ ਵੜ ਜਾਂਦਾ ਹੈ ਨਾ। ਤੇ ਸਾਡੇ ਘਰੋਂ ਕੀ ਲੈ ਜੋ ਸੰਦੂਕ ਪਏ ਆ, ਲੈ ਜਾਣ ਹੈ ਨਾ। ਹੋਰ ਪੈਸੇ ਪੂਸੇ ਆ, ਠੀਕ ਹੈ, ਖਾੜੇ ਖੂੜੇ ਜ਼ਰੂਰ ਬਹੁਤ 1250 ਖਾੜਾ ਲਾਤਾ ਹੋਊ। ਪਰ ਮੈਂ ਤਾਂ ਕਹਿਣਾ ਹੁੰਦਾ ਵੀ ਉਹ ਮੇਰੇ ਵਾਲੇ ਪਿਓ ਦੀ ਜ਼ਮੀਨ ਸੀ ਸਾਡੇ ਕੋਲ 5 ਕਿੱਲੇ ਹੈ ਨਾ, ਉਹ 5 ਵਿਕ ਵੁਕ ਗਈ ਪਹਿਲਾਂ। ਉਹ ਭੈਣ ਵਿਆਹੀ, ਹੋਰ ਮਾਤਾ ਨੂੰ ਕੈਂਸਰ ਹੋ ਗਿਆ, ਅਤੇ ਘਰੇ ਹੋਰ ਇੱਦਾਂ ਦਾ ਬਣਿਆ ਮਾਹੌਲ। ਤਾਂ ਮੇਰੇ ਬਾਪ ਦੀ ਉਦੋਂ ਮੈਂ ਹੁੰਦਾ ਸੀ ਮੈਨੂੰ ਲੱਗਦਾ 11ਵੀਂ-12ਵੀਂ ਦੀਆਂ ਗੱਲਾਂ ਹੈ, ਤਾਂ ਉਹ ਵਿਕ ਵੁਕ ਗਈ, ਘਰ ਵਿਕ ਗਿਆ। ਉਦੋਂ ਬਾਅਦ ਜਦੋਂ ਭੈਣ ਵਿਆਹੀ ਤਾਂ ਸਾਡੇ ਵਾੜਾ ਹੁੰਦਾ ਸੀ ਜਿੱਥੇ ਗੋਹਾ ਕੂੜਾ ਸਿੱਟਦੀਆਂ ਸੀ ਮੰਮੀ ਹੋਣੀਆਂ। ਉੱਥੇ ਮੇਰੇ ਪਿਓ ਨੇ, ਜਦੋਂ ਮੈਂ ਯੂਨੀਵਰਸਿਟੀ ਪਟਿਆਲੇ ਪੜ੍ਹਨ ਵਾਸਤੇ ਆਇਆ ਤਾਂ ਉਦੋਂ 2 ਕਮਰੇ ਪਾਏ ਮੇਰੇ ਪਿਓ ਨੇ। ਉਹ ਨਾ ਤਾਂ ਪਲਸਤਰ ਹੋਏ ਅਤੇ ਨਾ ਹੀ ਉਹਦੇ ਜੋੜੀਆਂ ਲੱਗੀਆਂ, ਉਹ ਉਵੇਂ ਹੀ ਸੀ। ਮੈਂ ਕਿਹੜਾ ਯੂਨੀਵਰਸਿਟੀ ਮੇਰੇ ਚੇਤੇ ਆ, ਮੈਂ ਸਿਆਲ ਜਿਹੇ 'ਚ ਗਿਆ ਘਰੇ, ਆਥਣੇ ਗਿਆ ਤਾਂ ਮੇਰਾ ਪਿਓ ਪੱਲੀਆਂ ਲੈ ਕੇ ਨਾ, ਪੱਲੀਆਂ ਹੁੰਦੀਆਂ, ਪੱਲੀਆਂ ਮੇਖਾ ਠੋਕੀ ਜਾਵੇ ਚਗਾਠਾਂ 'ਚ। ਮੈਂ ਪਾਪਾ ਕੀ ਕਰੀਏ ਨਾ, ਕਹਿੰਦਾ ਯਾਰ ਹੁਣ ਜੋੜੀਆਂ ਹੁਣ ਤਾਂ ਪੈਸੇ ਹੈ ਨਹੀਂ, ਇਸ ਕਰਕੇ ਠੰਡ ਹੁਣ ਇੰਨੀ ਆਉਂਦੀ ਆ ਅਤੇ ਯਾਰ ਕੋਈ ਤਾਂ ਹੱਲ ਕਰੀਏ ਹੈ ਨਾ। ਹੁਣ ਜਿਵੇਂ ਇੱਥੇ ਤਰਪਾਲਾਂ ਪਾਈਆਂ ਹੋਈਆਂ, ਉਵੇਂ ਉਦੋਂ ਹੁਣ ਮੇਰੇ ਪਿਓ ਦੇ ਹਾਲਾਤ ਸੀ। ਚਲੋ ਆ ਮਹਾਰਾਜ ਨੇ 2-4 ਗਾਣੇ ਜਿਹੇ ਚਲਾ ਤੇ ਇੱਧਰਲੇ ਪਾਸੇ ਕਰ ਲਿਆ, ਤਾਂ ਪਿਓ ਨੂੰ ਜ਼ਮੀਨ ਲੈ ਕੇ ਦਿੱਤੀ ਉਨੀ ਕੀ। ਅਤੇ ਉਦੋਂ ਬਾਅਦ ਮੈਂ ਤਾਂ ਸਾਰਿਆਂ ਨੂੰ ਕਹਿਣਾ ਹੁੰਦਾ, ਬੜੇ ਮੈਨੂੰ ਸੱਜਣ ਕਹਿੰਦੇ ਯਾਰ ਤੂੰ ਇੰਨੇ ਖਾੜੇ ਲਾਉਣਾ ਵੀ ਤੂੰ ਤਾਂ ਬਹੁਤ ਕੁਛ ਬਣਾ ਲਿਆ ਹੋਊ। ਮੈਂ ਕਿਹਾ ਮੈਂ ਅੱਜ ਵੀ ਕਿਰਾਏ ਦੇ ਮਕਾਨ 'ਚ ਰਹਿਣਾ ਬਾਬਾ, ਸੱਚੀ। ਹਾਂ, ਅੱਜ ਵੀ ਮੈਂ ਕਿਰਾਏ ਦੇ ਮਕਾਨ 'ਚ, ਜਿਹੜੇ ਮਕਾਨ 'ਚ ਮੈਂ ਰਹਿਣਾ ਨਾ ਉਹ ਮੇਰਾ ਆਪਣਾ ਨਹੀਂ ਹੈ। ਉਹਦਾ ਮੈਂ 26,000 ਰੁਪਇਆ ਮਹੀਨੇ ਦਾ ਰੈਂਟ ਭਰਦਾ। ਅਤੇ ਬਾਕੀ ਮੈਂ ਪਿੰਡ ਜਾ ਕੇ ਦੇਖ ਲਓ ਕੁਛ ਹੋਰ ਬਣਾਇਆ ਹੋਵੇ, ਮੁਹਾਲੀ ਜਿਵੇਂ ਗਾਉਣ ਵਾਲੇ ਪਲਾਟ ਲੈ ਰੱਖੀ ਜਾਂਦੇ ਆ, ਜਾਂ ਹੋਰ। ਮੈਂ ਕਿਤੇ ਵੀ ਫੜ ਲਓ ਮੈਨੂੰ ਵੀ ਮੇਰਾ ਕੁਛ ਪਿਆ ਹੋਵੇ। ਫਿਰ ਕਹਿੰਦੇ ਪੈਸੇ ਕਿੱਥੇ? ਮੈਂ ਕਿਹਾ ਤੂੰ ਆਂਡੇ ਲੈਣੇ ਮਾਮਾ ਜਿਹਦੇ ਹੈਗੇ ਉਹ ਲਈ ਜਾਂਦਾ। ਤਾਂ ਇਸ ਕਰਕੇ ਬਾਬਾ ਈਡੀਆਂ ਸਾਨੂੰ ਕੀ ਕਰਨਗੀਆਂ, ਆ ਜਾਣ ਘਰੇ, ਉੱਥੇ ਹੈ 4 ਦਾਣੇ ਪਏ ਹੋਣਗੇ ਉਹ ਲੈ ਜਾਣਗੇ। ਅਤੇ ਮੇਰੇ ਕੋਲ ਤਾਂ ਕੁੜਤੇ ਪਜਾਮੇ ਵੀ ਦੇਖ ਲਓ ਅੰਦੋਲਨ 'ਚ 3 ਹੀ ਨੇ, ਉਹੀ ਪਾਏ ਹੁੰਦੇ ਹਨ। ਹੁਣ ਕੱਲ੍ਹ ਦੇ ਆਹੀ ਪਾਏ ਵੇ ਆ। ਤਾਂ ਇਸ ਕਰਕੇ ਸਾਨੂੰ ਈਡੀਆਂ ਨੇ ਬਾਬਾ, ਸਾਡੇ ਕਿਹੜਾ 2 ਨੰਬਰ ਦੇ ਪਏ ਆ, ਹੱਕ ਲਾਲ ਦੇ ਆ, ਬਾਬੇ ਨਾਨਕ ਵਾਲੇ ਆ, ਗਾਣੇ ਜੇ ਗਾ ਗੂ ਕੇ ਮਾੜੇ ਮੋਟੇ ਕਮਾ ਲਈਦੇ ਆ, ਜਿੱਥੇ ਜਿਹਦੇ ਹੁੰਦੇ ਉਹ ਲੈ ਜਾਂਦਾ। ਸੋ ਸਾਨੂੰ ਨਹੀਂ ਡਰ ਭਰਾਵਾ ਈਡੀਆਂ ਦਾ। ਕਹਿਣਾ ਚਾਹੁੰਦਾ ਕਿਉਂਕਿ ਨਾ ਆੜਤੀ ਐਸੋਸੀਏਸ਼ਨ ਤੇ ਵੀ ਜਿਹੜਾ ਹੈਗਾ ਨਾ ਕੁਝ ਉਹਨਾਂ ਇਦਾਂ ਦਾ ਇਨਕਮ ਟੈਕਸ ਦੀਆਂ ਰੇਡਾਂ ਰੂਡਾਂ ਪਾਈਆਂ, ਕੁਛ ਮਤਲਬ ਜਿਹੜਾ ਕੋਈ ਤਰੀਕਾ ਵਰਤਿਆ ਜਾ ਸਕਦਾ ਨਾ, ਉਹ ਵਰਤਣ ਦੀ ਕੋਸ਼ਿਸ਼ ਕੀਤੀ ਗਈ। ਇਹ ਨਾ ਜਦੋਂ ਜਿਹੜੀ ਮਾੜੀ ਧਿਰ ਹੁੰਦੀ ਹੈ ਨਾ, ਮਾੜਾ ਭਲਵਾਨ, ਜਦੋਂ ਇੱਕ ਮਾੜਾ ਹੋਵੇ ਤੇ ਇੱਕ ਰੋਂਡੀ ਹੋਵੇ, ਇੱਕ ਮਾੜਾ ਹੋਵੇ ਤੇ ਰੋਂਡੀ ਹੋਵੇ, ਕਿ ਉਹਨੂੰ ਪਤਾ ਹੁੰਦਾ ਕਿ ਇਹਨੇ ਜਿੱਤ ਜਾਣਾ, ਪਰ ਉਹ ਰੋਂਡੀ ਪੀ ਕੇ ਨਾ ਬੁਖਲਾੜ 'ਚ ਆਉਂਦਾ ਤਾਂ ਮਤਲਬ ਛੰਡੇ ਬਹੁਤ ਮਾਰਦਾ ਉਹ। ਅਤੇ ਜਾਂ ਭੂਤਰਿਆ ਝੋਟਾ,
ਜਿਹੜਾ ਜਾਨਵਰ ਡੰਗਰ ਭੂਤਰ ਜਾਂਦਾ ਨਾ ਉਹ ਪਛੰਡੇ ਬਹੁਤ ਮਾਰਦਾ, ਪਰ ਹੱਥ ਕੁਝ ਨਹੀਂ ਲੱਗਦਾ। ਉਵੇਂ ਸਰਕਾਰ ਹੁਣ ਬਖਲਾਈ ਹੋਈ ਹੈ, ਭੂਤਰੀ ਹੋਈ ਹੈ, ਹੁਣ ਬਖਲਾਟ ਦੇ ਵਿੱਚ ਬਹੁਤ ਕੁਝ ਕਰਦੀ ਹੈ, ਪਰ ਮਿਲਣਾ ਕੀ ਹੈ? ਕੀ ਮਿਲੂ ਕਲਾਕਾਰਾਂ ਕੋਲੋਂ, ਕੀ ਮਿਲੂ ਕਿਸਾਨਾਂ ਕੋਲੋਂ, ਕੀ ਮਿਲੂ ਆੜ੍ਹਤੀਆਂ ਕੋਲੋਂ? ਕਿੰਨਾ ਕੀ ਹੋਊਗਾ? ਆੜ੍ਹਤੀਆਂ ਨੇ ਕੀ ਜੋੜ ਲਿਆ ਹੋਊਗਾ? 100 ਕਰੋੜ 200 ਕਰੋੜ? ਇਹ ਤਾਂ ਲੱਖਾਂ ਹਜ਼ਾਰ ਕਰੋੜ ਸਾਨੂੰ ਜ਼ੀਰੋਆਂ ਨਹੀਂ ਲੱਗਦੀਆਂ ਕਿੰਨੀਆਂ ਲੱਗਣੇ ਜਿਹਦਾ ਇਹ ਸੌਦਾ ਕਰੀ ਫਿਰਦੇ ਆ। ਉਹਨਾਂ ਨਾਲ ਕਿੱਥੇ ਕੀ ਕਰ ਲੈਣਗੇ? ਜਿਹੜੀ ਡਰਾਈ ਲੈਣ ਕਿੰਨਾ ਕੁ ਡਰਾਉਣਗੇ? ਆਹ ਲੱਖਾਂ ਲੋਕਾਂ ਨੇ, ਇੱਕ ਬੰਦੇ ਨਾਲ ਅੱਜ ਲੱਖਾਂ ਲੋਕ ਆ, ਕਿਹਨੂੰ ਡਰਾਉਣਗੇ? 4 ਸਾਲ ਦੇ ਬੱਚੇ ਨੂੰ ਡਰਾਉਣਗੇ ਕਿ 60 ਸਾਲ ਜਾਣਗੇ? ਤਾਂ ਹੀ ਜਿਵੇਂ ਇੱਥੇ ਲੰਗਰ ਛਕਿਆ ਭਰਾਵਾ, ਛਕਾ ਕੇ ਤੋਰ ਛਕਾ ਕੇ ਤੋਰ ਦਾਂਗੇ। ਹਾਂ ਬਿਲਕੁਲ ਬਾਬਾ। ਨਹੀਂ 4 ਦਾਣੇ ਕਿ ਚਲੋ ਕਹਿੰਦੇ 4 ਦਿਨ ਪਈ ਹੋਈ ਬਣਾ ਕੇ ਛਕਾ ਦਈਏ, ਹੈ ਨਾ ਤੇ ਉਹੀ। ਤੇ ਕਿੱਦਾਂ ਲੱਗਦਾ ਮਤਲਬ ਕਿ ਜੇ ਹੁਣ ਇੱਕ ਡੈਡ ਲੋਕ ਜਿਹੜਾ ਨਾ ਉਹ ਟੁੱਟਦਾ ਨਹੀਂ ਪਿਆ, ਹੁਣ ਤਕਰੀਬਨ 20 ਦਿਨਾਂ ਬਾਅਦ ਇੱਕ ਮੀਟਿੰਗ ਹੋ ਰਹੀ ਹੈ, ਤੁਹਾਨੂੰ ਲੱਗਦਾ ਇੱਕ ਪੋਜ਼ਿਟਿਵ ਕੋਈ ਉਮੀਦ ਇਹਦੇ ਵਿੱਚੋਂ ਨਿਕਲ ਸਕਦਾ ਕੁਛ, ਜਾਂ ਕਿ ਲੋਹੜੀ ਵੀ ਇੱਥੇ ਮਨਾ ਕੇ ਜਾਣੀ ਪੈਣੀ ਹੈ? ਮੈਨੂੰ ਲੱਗਦਾ ਵੀ ਟਾਈਮ ਹਜੇ ਲੱਗੂਗਾ, ਕਿਉਂਕਿ ਤੁਸੀਂ 2 ਦਿਨ ਪਹਿਲਾਂ ਸਾਡੀ ਪ੍ਰਾਈਮ ਮਿਨਿਸਟਰ ਜੀ ਦੀ ਸਪੀਚ ਦੇਖਦੇ ਹੋ, ਜਿਹਦੇ ਵਿੱਚ ਉਹਨਾਂ ਨੇ ਬਿਆਨ ਦਿੱਤੇ ਸੀਗੇ ਕਿ ਸਾਡੇ ਕਿਸਾਨਾਂ ਨੂੰ, ਸਾਡੇ ਭੋਲੇ ਕਿਸਾਨਾਂ ਨੂੰ ਪੋਲੀਟੀਕਲ ਲੋਕ ਮਤਲਬ ਗਲਤ ਸਲਾਹਾਂ ਦੇ ਰਹੇ ਨੇ, ਉਹਨਾਂ ਨੂੰ ਗੁੰਮਰਾਹ ਕਰ ਰਹੇ ਨੇ, ਹੈ ਨਾ। ਵੀ ਉਹਨਾਂ ਦੇ ਇਹ ਜਿਹੇ ਰਵੱਈਏ ਤੋਂ ਲੱਗਦਾ ਨਹੀਂ ਵੀ ਸਾਡੀ ਪ੍ਰਾਈਮ ਮਿਨਿਸਟਰ ਐਡੀ ਛੇਤੀ ਬਿੱਲ ਵਾਪਸ ਲੈ ਲੈਣਗੇ। ਉਹਨਾਂ ਨੂੰ ਤਾਂ ਹਜੇ ਵੀ ਇਹੀ ਲੱਗਦਾ ਹੈ ਕਿ ਇਹ ਗਲਤ ਹੈ ਜੋ ਵੀ ਕਹਿ ਰਹੇ ਨੇ, ਇਹ ਕੋਈ ਮੰਗ ਸਹੀ ਨਹੀਂ ਗੀ ਇਹਨਾਂ ਦੀ। ਉਹ ਤੇ ਸੋਚੋ ਤੁਸੀਂ ਸਾਰੀਆਂ ਸਟੇਟਾਂ ਦੇ ਫਾਰਮਰਸ ਨੂੰ ਬਿਠਾ ਕੇ, ਉਹ ਸਟੇਟਾਂ ਦੇ ਫਾਰਮਰਸ ਨੂੰ ਬਿਠਾ ਕੇ ਜਿੱਥੇ ਮੰਡੀਆਂ ਹੀ ਨਹੀਂ ਹੈਗੀਆਂ, ਜਿੱਥੇ MSP ਬਹੁਤ ਪਹਿਲੋਂ ਖਤਮ ਹੋ ਚੁੱਕੀ ਸੀ ਕਿ ਹੈਗੀ ਨਹੀਂ, ਸੋਚੋ ਉਹ ਫਾਰਮਰਸ ਨੂੰ ਬੁਲਾ ਕੇ ਡਿਬੇਟ ਕਰ ਰਹੇ ਨੇ, ਗੱਲ ਕਰ ਰਹੇ ਨੇ। ਜਿੱਥੇ ਸਾਡੇ ਹਰਿਆਣਾ, ਰਾਜਸਥਾਨ, ਪੰਜਾਬ ਦੇ ਫਾਰਮਰਸ ਜਿਹੜੇ ਇੱਥੇ ਪ੍ਰੋਟੈਸਟ ਕਰ ਰਹੇ ਨੇ, ਉਹਨਾਂ ਵਿੱਚੋਂ ਇੱਕ ਬੰਦੇ ਨੂੰ ਵੀ ਨਹੀਂ ਸੱਦਿਆ ਉਹਨਾਂ ਨੇ, ਜਿੱਥੇ ਕਿ ਉਹਨਾਂ ਦਾ ਫਰਜ਼ ਬਣਦਾ ਸੀਗਾ ਉਹਨਾਂ ਨੂੰ ਸੱਦ ਕੇ ਡਿਬੇਟ ਕਰਨ। ਮੇਰਾ ਇਹੀ ਕਹਿਣਾ ਹੈ ਤੁਹਾਡੇ ਚੈਨਲ ਦੇ ਥਰੂ ਕਿ ਜੇ ਉਹ ਡਿਬੇਟ ਕਰਨਾ ਚਾਹੁੰਦੇ ਨੇ ਨਾ, ਸਾਡੀ ਕਿਸਾਨ ਜਥੇਬੰਦੀਆਂ 31 ਕਿਸਾਨ ਜਥੇਬੰਦੀਆਂ ਨੇ, ਹੈ ਨਾ, ਉਹਨਾਂ ਦੇ ਇੱਕ ਲੀਡਰ ਨੂੰ ਪੂਰੇ ਵਰਲਡ ਲੈਵਲ ਦੇ ਉੱਤੇ ਇੱਕ ਡਿਬੇਟ ਰੱਖਣ, ਬੈਠਣ, ਕੁਐਸਚਨ ਕਰਨ, ਹੈ ਨਾ। ਫਿਰ ਆਪੇ ਪਤਾ ਲੱਗ ਜੂਗਾ ਕੌਣ ਸੱਚ ਬੋਲਦਾ, ਕੌਣ ਝੂਠ ਬੋਲਦਾ। ਉੱਥੇ ਉਹ ਆਣਗੇ ਨਹੀਂ। ਕੰਵਰਪਾਲ ਸਿੰਘ ਜੀ, ਇਹ ਗੱਲ ਨਾ ਬਿਲਕੁਲ ਸਹੀ ਕਹੀ ਹੈ ਗੱਲ, ਕਿਉਂਕਿ ਹੁਣ ਨਾ ਇਹ ਜਿਹੜੀ ਡਿਬੇਟ ਵਾਲੀ ਗੱਲ ਆ ਗਈ, ਮਤਲਬ ਉਹ ਹਰਿਆਣੇ ਤੋਂ ਕੋਈ ਜਥੇਬੰਦੀ, ਸੌਰੀ ਹਰਿਆਣਾ ਕਰ ਰਿਹਾ, ਉੱਤਰ ਪ੍ਰਦੇਸ਼ ਤੋਂ ਇੱਕ ਜਥੇਬੰਦੀ ਦਿਖਾਈ ਜੀ, ਉਹ ਧਰਨਾ ਲਾਉਣ ਲੱਗੀ ਹੈ ਸਪੋਰਟ ਦੇ ਵਿੱਚ, ਤੇ 3 ਮਹੀਨੇ ਤੋਂ ਪੰਜਾਬ ਕਹਿ ਰਹੇ ਆ, ਮੂਵਮੈਂਟ ਚਲਾ ਰਹੇ ਆ, ਤਾਂ ਲੱਗਾ ਨਹੀਂ। ਮਤਲਬ ਹਰ ਤਰੀਕਾ ਇਖਤਿਆਰ ਕੀਤਾ ਜਾ ਰਿਹਾ। ਹੁਣ ਇਹ ਕਿਹੜੇ ਕਿਸਾਨ ਨੇ ਜਾਂ ਕਿਹੜੇ ਜਥੇਬੰਦੀਆਂ ਨੇ ਮਤਲਬ ਜਿਹੜੀ ਕਹਿ ਰਹੀਆਂ ਕਿ ਅਸੀਂ ਸਪੋਰਟ ਦੇ ਵਿੱਚ ਧਰਨਾ ਲਗਾ ਰਹੇ ਹਾਂ, ਤਾਂ ਇਹਨਾਂ ਨੂੰ ਤੁਸੀਂ ਕਿੱਦਾਂ? ਕੋਈ ਨਹੀਂ ਬਾਬਾ, ਉਹ ਜਿਵੇਂ ਕਹਿੰਦੇ ਨਾ, ਵੇਖ ਭਾਈ ਬਾਲਿਆ ਰੰਗ ਕਰਤਾਰ ਦੇ, ਹਨਾ, ਆਪੇ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ। ਸੋ ਇਸ ਕਰਕੇ ਕੋਈ ਨਹੀਂ, ਲੇਖਾ ਜੋਖਾ ਮਾਵਾਂ ਧੀਆਂ ਦਾ ਇੱਥੇ ਆ ਜਾਣਾ। ਨੀਤਾਂ 'ਚ ਬਰਕਤਾਂ ਨੇ, ਨੇਕੀਆਂ 'ਚ ਬਰਕਤਾਂ ਨੇ। ਬਦਨੀਤ ਲੋਕ ਠੀਕ ਹੈ, ਆਉਂਦੇ ਆ, 4 ਦਿਨ ਦੀ ਚਾਂਦਨੀ ਹੁੰਦੀ ਹੈ, ਚਲੇ ਜਾਂਦੇ ਆ, ਹਨਾ। ਬਸ ਆਲ ਓਵਰ ਨਾ ਇੱਕੋ ਹੀ ਗੱਲ 'ਚ ਨਿਬੇੜ ਲੈਂਦੇ ਆਪਾਂ। ਇਸ ਵੇਲੇ ਜਿਹੜਾ ਇੱਥੇ ਇੱਕ ਔਰਾ ਬਣਿਆ ਹੋਇਆ ਨਾ, ਭਾਵੇਂ ਕੁੰਡਲੀ ਦਾ ਲਾ ਲਓ, ਭਾਵੇਂ ਟਿੱਕਰੀ ਦਾ ਲਾ ਲਓ, ਗਾਜ਼ੀਪੁਰ ਦਾ ਲਾ ਲਓ, ਭਲਵਲ ਦਾ ਲਾ ਲਓ, ਇੱਕ ਔਰਾ ਬਣਦਾ। ਉਸ ਔਰੇ 'ਚ ਮੇਰੇ ਵਰਗੇ ਪਾਪੀ ਵੀ ਆ ਕੇ ਪੁੰਨੀ ਬਣ ਜਾਂਦੇ ਆ। ਸੋ ਇਸ ਕਰਕੇ ਬਸ ਜਿਹੜੀ ਐਨਰਜੀ ਹੈ ਨਾ, ਜਿਹੜੀ ਰੋਜ਼ ਦੇ ਇੱਥੇ ਸਿਮਰਨਾ ਹੈ, ਹਨਾ, ਸਾਂਝੀਵਾਲਤਾ ਹੈ, ਇੱਥੇ ਲੰਗਰ ਦੀਆਂ ਨੇਕੀਆਂ ਹੈ, ਹਨਾ, ਵੰਡ ਛਕਣ ਦਾ ਕਨਸੈਪਟ ਹੈ, ਜਿਹੜਾ ਨਾਮ ਜਪਣ ਦਾ ਹੈ। ਤਾਂ ਇਹਦੇ 'ਚ ਜੋ ਮਰਜ਼ੀ ਬੁਰਾਈ ਆ ਜੇ, ਜੋ ਮਰਜ਼ੀ ਚੱਲ ਆ ਜਾਣ, ਉਹਨਾਂ ਨੇ ਕੰਮ ਹੀ ਨਹੀਂ ਕਰਨਾ। 3 ਮਹੀਨੇ ਹੋ ਗਏ, 3 ਮਹੀਨੇ ਹੋ ਗਏ ਕਿ 3-4 ਲੱਖ ਬੰਦਾ 3-3, 4-400 ਮੀਲ ਤੋਂ ਦੂਰ ਆ ਕੇ ਆਪਦੇ ਮੁਲਕ ਦੇ ਸੈਂਟਰ 'ਚ ਬੈਠ ਗਿਆ। ਆ ਕੇ ਘਰ ਹੈ ਨਹੀਂ ਉਹਦੇ ਕੋਲ, ਇੱਥੇ ਕੋਈ ਖਾਣ ਪੀਣ ਦਾ ਪ੍ਰਬੰਧ ਨਹੀਂ ਹੈ, ਕੋਈ ਨਹਾਉਣ ਧੋਣ ਦਾ ਪ੍ਰਬੰਧ ਨਹੀਂ ਹੈ, ਕੋਈ ਪੋਟੀ ਸੁਸੂ ਦਾ ਪ੍ਰਬੰਧ ਨਹੀਂ ਹੈ। ਪਰ ਤੁਸੀਂ ਦੇਖ ਲਓ ਕਿ ਅੱਜ ਪਿੰਡ ਵਸਿਆ ਪਿਆ। ਅੱਜ ਹੁਣ ਜੇ ਕਹੀਏ ਕਿ ਇੱਥੇ ਰਿਕੁਆਇਰਮੈਂਟ 'ਚ ਅਕੋਮੋਡੇਸ਼ਨ 'ਚ ਦੇਖੀਏ ਸਾਡੇ ਕੋਲ ਕੀ ਨਹੀਂ ਹੈ। ਇਕੱਲੇ ਬਾਈ ਪਹਿਲਾਂ ਕਹੀ ਜਾਂਦਾ ਸੀ ਵੀਰ, ਕਹਿੰਦਾ ਹੁਣ ਤਾਂ ਇਕੱਲਾ ਇਹ ਹੈ ਵੀ ਜੇ ਮੰਨ ਲਓ 4-5 ਮਹੀਨੇ ਹੋਰ ਲੱਗਦੇ, ਇਕੱਲੇ ਕਮਰੇ ਛੱਤਣ ਵਾਲੇ ਰਹਿ ਗਏ, ਹਨਾ। ਤੁਸੀਂ ਵੀਡੀਓ ਦੇ ਵਿੱਚ ਗੱਲ ਕਹੀ ਸੀ ਕਿ ਸਟੇਜ ਤੋਂ ਕਿ 3 ਚੀਜ਼ਾਂ ਨਹੀਂ ਹੈਗੀਆਂ। ਇਹ ਨੇਕੀਆਂ ਦੇ ਨਤੀਜੇ ਹੈ। ਨੇਕੀਆਂ, ਜੇ ਸਾਡੀਆਂ ਨੀਤਾਂ ਸਾਫ਼ ਹੈ ਨਾ, ਸਾਡੇ ਪਿਓ ਦਾਦਿਆਂ ਦੀਆਂ, ਸਹਿਜਤਾ ਉਹਨਾਂ ਅੰਦਰ ਬਾਣੀ ਵਾਸ ਕਰਦੀ ਹੈ। ਸੋ ਇਸ ਕਰਕੇ ਆਉਣ, ਲੱਖਾਂ ਆਉਣ ਬਾਬਾ, ਇੱਥੇ ਕੋਈ ਨਹੀਂ ਟਿਕਣਾ, ਨੇਕੀ ਮੁਰੇ ਨਹੀਂ ਕੋਈ ਟਿਕਦਾ। ਇੱਕ ਗੁੰਮਰਾਹ ਵਾਲੀ ਗੱਲ ਨਾ ਹਜੇ ਵੀ ਚੱਲ ਰਹੀ। ਮੈਂ ਕੱਲ ਕਿਸੇ ਕੋਲ ਨਾ ਆਪਾਂ ਗਏ ਸੀਗੇ, ਕੁਝ ਸਮਾਨ ਇਕੱਠਾ ਕਰ ਰਹੇ ਸੀਗੇ, ਤੇ ਕਿਸੇ ਦੇ ਘਰ, ਉਹਦੇ ਘਰ ਗਏ, ਅੱਜ ਹੀ ਕਿਸਾਨ ਅੰਦੋਲਨ ਵਾਸਤੇ ਗੱਦੇ ਚਾਹੀਦੇ ਹੈ ਨਾ, ਤੇ ਉਹ ਕੋਈ ਉਹਦਾ ਸਪਲਾਇਰ ਸੀਗਾ, ਤੇ ਉਹ ਨਾਲ ਸੀਗੀ ਉਹਦੀ ਮਿਸਿਸ ਬੈਠੀ ਸੀ, ਕਿਤੇ ਗੱਲ ਚੱਲੀ, ਕਹਿੰਦੇ ਜੀ ਇਹ ਨਾ ਲੋਕ ਮਿਸਗਾइडेड ਹੈ, हाईली मिसगाइडेड है। मैंने कहा मिसगाइडेड है, तो मैं कहा आपको किसने कहा? कहते मैं टीवी पे देखती हूँ। मैं उत्थे ही समझ गया कि सॉरी मिसगाइडेड तुसी हो।
ਐਗਜ਼ੈਕਟਲੀ ਇਹਦਾ ਜਵਾਬ ਗੱਲ ਤੋਂ ਲਓ। ਜਵਾਬ ਤੁਸੀਂ ਆਪ ਹੀ ਦੇਤਾ ਕਿ ਤੁਸੀਂ ਟੀਵੀ ਦੇਖਦੇ ਹੋ। ਉਹਨਾਂ ਕੋਲ ਤੁਸੀਂ ਟੀਵੀ ਦੇਖਣਾ ਬੰਦ ਕਰ ਦਿਓ ਤੇ ਤੁਸੀਂ ਇੱਕ ਦਿਨ ਇੱਥੇ ਧਰਨੇ ਤੇ ਆ ਜਾਓ, ਤੁਹਾਨੂੰ ਪਤਾ ਲੱਗ ਜੂ ਮਿਸਗਾਈਡ ਕੌਣ ਆ। ਕਿ ਮਿਸਗਾਈਡ ਤਾਂ ਮੈਂ ਹੁਣ ਤੁਹਾਡੇ ਚੈਨਲ ਤੇ ਨਾ ਕੀ ਲਵਾਂ ਵੀ ਗੋਦੀ ਮੀਡੀਆ ਦੇ 3 ਕੁ ਚੈਨਲ ਆ। ਮਿਸਗਾਈਡ ਉਹ ਕਰ ਰਹੇ ਆ ਤੇ ਜਿਹੜੇ ਉਹਨਾਂ ਨੂੰ ਦੇਖ ਰਹੇ ਉਹ ਮਿਸਗਾਈਡ ਨੇ। ਲੋਕ ਮਿਸਗਾਈਡ ਨਹੀਂ ਹੈ। ਆ ਜਿਹੜੇ ਆਲੇ ਦੁਆਲੇ ਘਰ ਨੇ ਇਹ ਮਿਸਗਾਈਡ ਨਹੀਂ ਹੈ, ਇਹਨਾਂ ਨੂੰ ਪਤਾ ਹੈ। ਇਹ ਪੜ੍ਹਿਆ ਲਿਖਿਆ ਕਿਸਾਨ ਹੈ। ਇਹਦਾ ਪੜਦਾਦਾ ਵੀ ਖੇਤੀ ਕਰਦਾ ਸੀ, ਇਹਦਾ ਦਾਦਾ ਵੀ ਖੇਤੀ ਕਰਦਾ ਸੀ, ਇਹਦਾ ਬਾਪ ਵੀ ਖੇਤੀ ਕਰਦਾ ਸੀ, ਆਪ ਵੀ ਖੇਤੀ ਕਰਦਾ। ਇਹਨੂੰ ਪਤਾ ਹੈ ਕਾਲੀ ਮਿੱਟੀ 'ਚ ਕਿਹੜੀ ਫਸਲ ਹੋਣੀ ਹੈ, ਰੇਤਲੀ ਮਿੱਟੀ 'ਚ ਕਿਹੜੀ ਫਸਲ ਹੋਣੀ ਹੈ, ਇਹ ਲਾਲ ਮਿੱਟੀ 'ਚ ਕਿਹੜੀ ਫਸਲ ਹੋਣੀ ਹੈ, ਚੀਕਣੀ ਮਿੱਟੀ 'ਚ ਕਿਹੜੀ ਫਸਲ ਹੋਣੀ ਹੈ। ਇਹਨਾਂ ਨੂੰ ਤਾਂ ਡਾਕਰ ਮਿੱਟੀ ਦਾ ਨਹੀਂ ਪਤਾ ਹੋਣਾ ਵੀ ਡਾਕਰ ਮਿੱਟੀ ਵੀ ਕੋਈ ਹੁੰਦੀ ਹੈ। ਇਹ ਸਾਨੂੰ ਦੱਸਣਗੇ ਕਿ ਅਸੀਂ ਮਿਸਗਾਈਡ ਹਾਂ। ਇਹ ਸਾਨੂੰ ਦੱਸਣਗੇ ਵੀ ਮੂੰਗਫਲੀ ਟਿੱਬੇ 'ਚ ਹੁੰਦੀ ਹੈ ਕਿ ਡਾਕਰ 'ਚ ਹੁੰਦੀ ਹੈ। ਇਹ ਸਾਨੂੰ ਕੀ ਦੱਸਣਗੇ? ਇਹਨਾਂ ਨੂੰ ਤਾਂ ਹੀ ਨਹੀਂ ਪਤਾ ਵੀ ਆਲੂ ਦਰਖਤ ਤੇ ਲੱਗਦਾ ਕਿ ਥੱਲੇ ਹੁੰਦਾ ਧਰਤੀ 'ਚ। ਇਹ ਸਾਨੂੰ ਦੱਸਣਗੇ ਅਸੀਂ ਮਿਸਗਾਈਡ। ਸੋ ਇਹਨਾਂ ਨੂੰ ਪਹਿਲਾਂ ਦੇਖਣ ਦੀ ਲੋੜ ਹੈ ਕਿ ਜੇ ਲਾਲ ਮਿਰਚ ਦਾ ਰੇਟ ਵੱਧ ਗਿਆ ਨਾ ਤੇ ਇਹ ਉਹ ਲੋਕ ਆ ਜਿਹੜੇ ਕਹਿੰਦੇ ਆ ਵੀ ਹਰੀ ਮਿਰਚ ਲਾਉਂਦੇ ਕਿਉਂ ਨਾ ਲਾਲ ਲਾ ਲੈਣ, ਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਹਰੀ ਵੀ ਪੱਕ ਕੇ ਲਾਲ ਹੁੰਦੀ ਹੈ। ਤਾਂ ਇਹਨਾਂ ਨੂੰ ਸਾਨੂੰ ਦੱਸਣ ਦੀ ਲੋੜ ਨਹੀਂ ਕਿ ਅਸੀਂ ਮਿਸਗਾਈਡ ਹਾਂ ਕਿ ਮਿਸਗਾਈਡ ਨੇ। ਸੋ ਆਪਣੇ ਚੈਨਲ ਵੇਖਣੇ ਬੰਦ ਕਰ ਦੇਣ ਤੇ ਇਹਨਾਂ ਲੋਕਾਂ 'ਚ ਆ ਕੇ ਇਹਨਾਂ ਨੂੰ ਸਮਝਣ ਕਿ ਜਿਹੜਾ ਅਨਾਜ ਖਾਂਦੇ ਤੁਸੀਂ ਸਾਨੂੰ ਕਹਿੰਦੇ ਨਾ ਮਿਸਗਾਈਡ, ਕਿ ਉਹ ਅਨਾਜ ਕਿੱਥੋਂ ਆਉਂਦਾ। ਪਹਿਲਾਂ ਆਪਣੇ ਦਿਮਾਗ ਤੇ ਦਿਲ 'ਚ ਇਹ ਸੋਚਿਓ, ਫਿਰ ਤੁਹਾਨੂੰ ਪਤਾ ਲੱਗੂ ਜੀ। ਇੱਕ ਆਖਰੀ ਸਵਾਲ ਹੈ, ਕਹਿੰਦੇ ਕਿ ਇਹ ਅੰਦੋਲਨ ਜਿਹੜਾ ਹੈ ਨਾ ਇਕੱਲੇ ਕਿਸਾਨਾਂ ਦਾ ਨਹੀਂ ਆ। ਜੋ ਤੀਸਰਾ ਵਾਲਾ ਐਕਟ ਹੈਗਾ ਨਾ ਕਮੋਡਿਟੀ ਦਾ, ਜਿਹੜਾ ਹੈਗਾ ਨਾ ਜੋ ਤੀਸਰਾ ਆਰਡੀਨੈਂਸ ਆਇਆ ਹੈ ਨਾ ਐਸੈਂਸ਼ੀਅਲ ਕਮੋਡਿਟੀ ਦਾ, ਕਹਿੰਦੇ ਉਹਦੇ ਨਾਲ ਨਾ ਜਿਹੜਾ ਇੱਕ ਪਰਚੂਨ ਵਾਲੇ ਦੇ ਦੁਕਾਨ ਹੈਗਾ ਨਾ ਉਹ ਵੀ ਘਾਟੇ 'ਚ ਜਾ ਸਕਦਾ। ਕਿਉਂਕਿ ਕਹਿੰਦੇ ਡੀਟੀਐਚ ਦੇ ਨਾਲ ਜਿਹੜਾ ਆਪਾਂ ਘਰ ਟੀਵੀ ਵੇਖਦੇ ਆ ਉਹ ਰਿਮੋਟ ਤੋਂ ਹੀ ਜਿਹੜਾ ਹੈਗਾ ਨਾ ਤੁਸੀਂ ਤਰਕਾਰੀ ਆਟਾ ਸਭ ਆਰਡਰ ਕਰ ਸਕਦੇ ਹੋ। ਤੇ ਕੀ ਇਕੱਲੇ ਸਿਰਫ ਕਿਸਾਨਾਂ ਨੂੰ ਇਹਦੇ ਨਾਲ ਹੀ ਜੁੜਨਾ ਚਾਹੀਦਾ ਹੈ ਜਾਂ ਆਮ ਬੰਦੇ ਨੂੰ ਵੀ ਜੁੜਨਾ ਚਾਹੀਦਾ ਹੈ? ਇਸ ਬਾਰੇ ਕੀ? ਉਹੀ ਗੱਲ ਹੈ ਜੀ, ਮਿਸਗਾਈਡ ਇਹ ਜਿਹੜਾ ਆਪਣੇ ਐਲੀਟ ਕਲਾਸ ਜਿਹਨੂੰ ਕਹਿ ਦਿੰਦੇ ਆ, ਜਾਂ ਆਪਾਂ ਕਹਿ ਦਿੰਦੇ ਆ ਅਰਬਨ ਕਲਾਸ ਜਾਂ ਸ਼ਹਿਰੀ ਕਲਾਸ, ਉਹ ਟੀਵੀ ਦੇਖ ਰਹੀ ਹੈ, ਉਹ 3-4 ਚੈਨਲ, ਉਹ ਗਰਾਊਂਡ ਤੇ ਕੁਛ ਨਹੀਂ ਉਹਨੂੰ ਪਤਾ। ਤਾਂ ਉਹਨੂੰ ਲੱਗਦਾ ਕਿ ਨਹੀਂ ਇਹ ਕਿਸਾਨਾਂ ਦਾ, ਔਰ ਕਿਸਾਨ ਵੀ ਇਹਨਾਂ ਨੂੰ ਇਹ ਤਾਂ ਉਹ ਆਇਆ ਬਸ ਇਹ ਤਾਂ ਮੋਦੀ ਵਿਰੋਧੀ ਆ ਅਸਲ 'ਚ, ਹੈ ਨਾ। ਕਿ ਉਹਨਾਂ ਨੂੰ ਨਹੀਂ ਪਤਾ ਕਿ ਜਦੋਂ ਅੰਬਾਨੀ ਮੈਂ ਕਾਰਪੋਰੇਟ ਹਾਂ, ਮੈਂ ਦੱਸਣਾ ਕਿ ਕਿਸਾਨਾਂ ਨੂੰ ਕਿ ਤੁਸੀਂ ਕੀ ਬੀਜਣਾ। ਬਿਜਵਾ ਵੀ ਮੈਂ ਰਿਹਾ, ਵੱਢ ਵੀ ਮੈਂ ਰਿਹਾ, ਤਾਂ ਵੇਚੂੰਗਾ ਵੀ ਮੈਂ। ਤਾਂ ਇਹ ਖੇਤੀ ਜਦੋਂ ਬੀਜਣ ਵਾਲੇ ਵੀ ਕਾਰਪੋਰੇਟ, ਵੱਢਣ ਵਾਲੇ ਵੀ ਕਾਰਪੋਰੇਟ, ਤਾਂ ਆਪਦੇ ਸਟੋਰਾਂ ਤੇ ਵੇਚਣਗੇ। ਤਾਂ ਉਹ ਜਿਵੇਂ ਈਜ਼ੀ ਡੇ 'ਚ ਕਹਿੰਦੇ 10% ਡਿਸਕਾਊਂਟ, ਉਵੇਂ ਤੁਹਾਡੇ ਕਾਰਡ ਬਣਾ ਦੇਣਗੇ ਇਹਨਾਂ ਲੋਕਾਂ ਦੇ ਕਿ ਤੁਹਾਨੂੰ 10% ਡਿਸਕਾਊਂਟ। ਤਾਂ ਫਿਰ ਉੱਥੇ ਜਿਹੜਾ ਕਰਿਆਨਾ ਸਟੋਰ ਹੈ, ਜਾਂ ਉਹ ਚੱਪਲ ਵਾਲਾ ਹੈ, ਜਾਂ ਉਹ ਕੱਪੜੇ ਵਾਲਾ ਹੈ, ਕਿਉਂਕਿ ਹਰ ਚੀਜ਼ ਖੇਤੀ ਤੋਂ ਹੈ। ਭੁਲੇਖਾ ਕੱਢਦੇ ਨੇ ਲੋਕ, ਹਰ ਚੀਜ਼ ਖੇਤੀ ਤੋਂ ਹੈ। ਤਾਂ ਹਰ ਚੀਜ਼ ਫਿਰ ਇਹਨਾਂ ਦੇ ਸਟੋਰਾਂ ਤੋਂ ਹੋਮ ਡਿਲੀਵਰੀ ਹੋਊਗੀ। ਔਰ ਇਹ ਜਿਹੜੇ ਕਰਿਆਨਾ ਸਟੋਰ ਆ ਜਾਂ ਛੋਟਾ ਵਪਾਰੀ ਆ, ਕੱਪੜੇ ਵਾਲਾ, ਜੇ ਕਪਾਹ ਵੀ ਉੱਥੇ ਹੋਗੀ ਤਾਂ ਕੱਪੜਾ ਵੀ ਤਾਂ ਉਹਨਾਂ ਦਾ ਹੀ ਹੋਊਗਾ ਨਾ। ਗੁਜਰਾਤ ਤਾਂ ਪਹਿਲਾਂ ਕੱਪੜੇ ਦਾ ਤਾਂ ਪਹਿਲਾਂ ਗੁਜਰਾਤ ਹਾਈਜੈਕ ਕਰੀ ਫਿਰਦਾ ਸਾਰਾ ਕੁਛ। ਤਾਂ ਇਹਨਾਂ ਨੂੰ ਇਹ ਚੀਜ਼ ਸਾਡੇ ਲੋਕਾਂ ਨੂੰ ਸਮਝ ਆਊਗੀ। ਪਰ ਜਦੋਂ ਸੇਕ ਲੱਗਦਾ ਨਾ, ਜਿੰਨਾ ਚਿਰ ਆਪਣੇ ਲੋਕਾਂ ਦੀ ਇਹ ਫਿਤਰਤ ਆ ਉਹਨਾਂ ਚਿਰ ਸਮਝਦੇ ਨਹੀਂ। ਪਰ ਇੰਨੀ ਕੁ ਅਸੀਂ ਮਤਲਬ ਇਹਨਾਂ ਨੂੰ ਦਿਵਾਉਂਦੇ ਹਾਂ ਯਕੀਨ, ਅੱਜ ਜਿਹੜੇ ਅਸੀਂ ਇਕੱਠੇ ਹੋ ਕੇ ਇੱਥੇ ਬੈਠੇ ਹਾਂ, ਕਿ ਇਹਨਾਂ ਨੂੰ ਸੇਕ ਲੱਗਣ ਨਹੀਂ ਦਿੰਦੇ। ਇਹ ਕੌਮ ਉਹ ਹੈ ਜਿਹੜੀ ਇਹ ਧਰਨਾ ਨਹੀਂ ਹੈ, ਇਹ ਪ੍ਰੋਟੈਸਟ ਨਹੀਂ ਹੈ, ਇਹ ਕ੍ਰਾਂਤੀ ਹੈ ਜ਼ੁਲਮ ਦੇ ਖਿਲਾਫ। ਇਹ ਕ੍ਰਾਂਤੀ ਇਸ ਲੈਵਲ ਦੀ ਉੱਠੀ ਹੈ ਕਿ ਇਹ ਮਹਿਸੂਸ ਕਰਨ ਕਿ ਸਾਡੇ ਲਈ ਲੜੇ ਸੀ, ਪਰ ਇਹਨਾਂ ਨੂੰ ਸੇਕ ਨਹੀਂ ਲੱਗਣ ਦਿੰਦੇ, ਕਿਉਂਕਿ ਅਸੀਂ ਉਸ ਗੁਰੂ ਦੇ ਬੱਚੇ ਹਾਂ ਜਿਹਨੇ ਮਾਨਵਤਾ ਲਈ ਸਭ ਕੁਝ ਵਾਰਿਆ। ਇਹ ਗਰੰਟੀ ਹੈ। ਆਖਰੀ ਇੱਕ ਹਾਂਜੀ ਮੈਂ ਕਹਿਣਾ ਚਾਹੁੰਦੀ ਹਾਂ ਕਿ ਜਿਹੜੀ ਮੋਦੀ ਜੀ ਨੇ ਇੱਕ ਗੱਲ ਕਹੀ ਸੀਗੀ ਡਿਸਕਸ਼ਨ ਦੇ ਵਿੱਚ, ਉਹਨਾਂ ਨੇ ਕਿਹਾ ਸੀਗਾ ਕਿ ਸਾਡੇ ਵਿਚਾਰੇ ਕਿਸਾਨਾਂ ਨੂੰ, ਭੋਲੇ ਕਿਸਾਨਾਂ ਨੂੰ ਇਹ ਗੱਲ ਕੀਤੀ ਜਾ ਰਹੀ ਹੈ ਕਿ ਤੁਹਾਡੇ ਕੋਲੋਂ ਕਾਰਪੋਰੇਟ ਕੰਪਨੀਆਂ ਜ਼ਮੀਨ ਖੋਹ ਲੈਣਗੀਆਂ। ਇਹ ਗੱਲ ਉਹਨਾਂ ਨੇ ਕਹੀ ਸੀਗੀ। ਮੈਂ ਇਹ ਵੀ ਜਵਾਬ ਦੇਣਾ ਚਾਹੁੰਦੀ ਹਾਂ ਕਿ ਓਬਵੀਅਸਲੀ ਜੇ ਤੁਸੀਂ ਕਿਸਾਨਾਂ ਨੂੰ ਇੰਨਾ ਕਰਜ਼ਾਈ ਕਰ ਦੋਗੇ, ਜਿਵੇਂ ਪੈਪਸੀਕੋ ਵਰਗੀਆਂ ਕੰਪਨੀਆਂ 1-1 ਕਰੋੜ ਦਾ ਹਰਜਾਨਾ ਪਾ ਦਿੰਦੀਆਂ ਨੇ, ਕਿਸਾਨਾਂ ਦੇ ਪੱਲੇ ਨਹੀਂ ਕੋਈ ਛੱਡਦੇ, ਤੇ ਫਿਰ ਕਿਸਾਨ ਆਖਿਰਕਾਰ ਕੀ ਕਰਨਗੇ? ਕਰਜ਼ਾਈ ਹੋ ਕੇ ਜ਼ਮੀਨ ਦੇਣੀ ਪਊਗੀ, ਕਿਉਂਕਿ ਤੁਸੀਂ ਉਹਨਾਂ ਨੂੰ ਉਸ ਲਾਇਕ ਬਣਾ ਦੋਗੇ। ਹੁਣ ਤੁਸੀਂ ਲੋਕਾਂ ਨੂੰ ਇਹ ਕਹਿ ਰਹੇ ਹੋ ਨਹੀਂ ਜੀ ਅਸੀਂ ਕਿਸਾਨਾਂ ਦੀ ਜ਼ਮੀਨ ਥੋੜ੍ਹਾ ਨਾ ਲਵਾਂਗੇ,
हमने आपकी ज़मीन थोड़ा ना ली है, एवं किसी स्टेट के किसान ਨੂੰ बिठा के गल कर रहे थे। हम तो आपसे सिर्फ आपकी खेती लेते हैं, आप 25 रुपये अदरक बेचते थे, हम आपसे 125 रुपये अदरक बिकवा रहे हैं कॉर्पोरेट कंपनीज के साथ, हम आपकी ज़मीन ले रहे हैं? नहीं ले रहे। पर मोदी जी, मैं आपको इस चैनल के थ्रू ये कहना चाहती हूँ, आप किसानों की वो हालात कर दोगे कि किसानों को बेचारों को अपनी ज़मीन देनी पड़ेगी, क्योंकि आपकी जैसी ये पेप्सिको जैसी आलू चिप्स जैसी जो कॉर्पोरेट कंपनीज हैं वो किसानों के ऊपर 1-1 करोड़ के हर्जाने डालेंगी, तो वो कहाँ से भरेंगे? ये मैंने सिर्फ ये बात कहनी थी। ਲਾਸਟ ਸਵਾਲ ਰਹੇਗਾ ਤੁਹਾਡੇ ਨਾਲ ਕਿ ਇੱਕ ਜਿਹੜੀ ਘਰ ਦੀ ਮਾਂ ਜਾਂ ਘਰ ਦੀ ਜਿਹੜੇ ਘਰ ਚਲਾਉਂਦੇ ਆ ਨਾ, ਉਹ ਕਹਿੰਦੇ ਉਹ ਪੂਰੇ ਬਿਜ਼ਨਸ ਨੂੰ ਵੀ ਛੱਡੋ, ਆਰਗੇਨਾਈਜੇਸ਼ਨ ਕਾਰਪੋਰੇਟ ਨੂੰ ਛੱਡੋ, ਉਹ ਬੈਸਟ ਮੈਨੇਜਰ ਹੁੰਦੀ ਆ। ਉਹਨੂੰ ਪਤਾ ਹੁੰਦਾ ਮੈਂ ਕਿੰਨੇ ਕਿਲੋ ਆਲੂ ਲਿਆਣੇ ਆ, ਕਿੰਨੀ ਮੈਂ ਦਾਲ ਸਬਜ਼ੀ ਲਿਆਣੀ ਹੈ, ਕਿੰਨਾ ਆਟਾ ਲਿਆਣਾ, ਪੂਰੇ ਘਰ ਨੂੰ ਮੈਨੇਜ ਕਰਦੀ ਹੈ ਸਵੇਰ ਤੋਂ ਲੈ ਕੇ ਰਾਤ ਤੱਕ ਵਿਦਆਊਟ ਸੈਲਰੀ, ਹੈ ਨਾ। ਤੇ ਉਹਨਾਂ ਦੇ ਨਾਲ ਜਦੋਂ ਤੁਸੀਂ ਗੱਲ ਕਰਦੇ ਆ ਨਾ, ਉਹ ਕਹਿੰਦੇ ਆ ਜੀ ਆਟਾ ਜਿਹੜਾ ਹੈਗਾ ਨਾ ਬਾਜ਼ਾਰ ਦੇ ਵਿੱਚ 30 ਰੁਪਏ ਕਿਲੋ ਹੈਗਾ, ਜੇ ਉਹ ਬਿਗ ਬਾਜ਼ਾਰ ਜਾਂਦੇ ਆ, ਰਿਲਾਇੰਸ ਫਰੈਸ਼ ਜਾਂਦੇ ਆ, ਉੱਥੇ ਕਹਿੰਦੇ ਜੀ ਕੋਈ ਫੋਟੋਆਂ ਵਾਇਰਲ ਹੋਈਆਂ ਕਿ 46 ਰੁਪਏ ਕਿਲੋ ਹੈ। ਕੀ ਲੱਗਦਾ ਹੈ ਕਿ ਜੇ ਅੱਜ ਹੀ ਉਹ 30 ਰੁਪਏ ਕਿਲੋ ਵਾਲਾ ਜੇ 16 ਰੁਪਏ ਉੱਪਰ ਜਾ ਕੇ ਮਿਲ ਰਿਹਾ ਹੈ, ਤੇ ਜੇ ਕਿ ਕਾਰਪੋਰੇਟ ਪੂਰਾ ਹੋ ਗਿਆ ਤੇ ਕਿੱਥੇ ਤੱਕ ਜਾ ਸਕਦਾ ਹੈ? ਆਮ ਲੋਕ ਜਿਹੜੇ ਨਾ ਇਸ ਅੰਦੋਲਨ ਦੇ ਨਾਲ, ਉਹ ਕਹਿੰਦੇ ਸਿਰਫ ਕਿਸਾਨਾਂ ਦਾ ਮੁੱਦਾ ਹੈ, ਆਮ ਲੋਕ ਨਹੀਂ ਜੁੜ ਰਹੇ, ਉਹਨਾਂ ਨੂੰ ਤੁਸੀਂ ਕੀ ਸੇਧ ਦੇਣਾ ਚਾਹੋਗੇ? ਵੇਖੋ, ਇਹੀ ਸੇਮ ਅੰਦੋਲਨ ਭਗਤ ਸਿੰਘ ਜੀ ਦੇ ਟਾਈਮ ਤੇ ਹੋਇਆ ਸੀਗਾ, ਲਾਲਾ ਲਾਜਪਤ ਰਾਏ ਸੀਗੇ ਉਦੋਂ, ਹੈ ਨਾ, ਜਦੋਂ ਅੰਗਰੇਜ਼ਾਂ ਦੇ ਨਾਲ ਗੱਲ ਕਰਦੇ ਸੀਗੇ, ਉਦੋਂ ਵੀ ਅੰਗਰੇਜ਼ਾਂ ਨੂੰ ਇਹ ਬਿੱਲ ਸਾਡੇ ਵਾਪਸ ਲੈਣੇ ਪਏ ਸੀਗੇ। ਉਹਦੇ ਵਿੱਚ ਇਹੀ ਸਾਰੇ ਬਿੱਲ ਸੀਗੇ, ਜਮ੍ਹਾਂਖੋਰੀ ਦਾ ਬਿੱਲ ਸੀਗਾ, ਕੰਟਰੈਕਟ ਫਾਰਮਿੰਗ ਸੀਗੀ, ਹੈ ਨਾ, APMC ਐਕਟ ਸੀਗਾ। ਉਦੋਂ ਭਗਤ ਸਿੰਘ ਜੀ ਨੇ ਇਹ ਸਾਡੇ ਕਿਸਾਨਾਂ ਵਾਸਤੇ ਲੜਾਈ ਲੜੀ ਸੀਗੀ, ਹੈ ਨਾ। ਹੁਣ ਅੱਜ ਸਾਡੇ ਕਿਸਾਨ ਮਿਲ ਕੇ ਅਸੀਂ ਲੜ ਰਹੇ ਹਾਂ, ਆਪਣੇ ਕਿਸਾਨਾਂ ਦਾ ਹੱਕ ਮੰਗ ਰਹੇ ਹਾਂ, ਇਹੀ ਸੇਮ ਐਕਟਸ ਨੇ, है ना। इस टाइम से सिर्फ मोदी सरकार अंग्रेज़ों वाला काम कर रही है जो अंग्रेज़ कर रहे थे। अंग्रेज़ों ने भी बिल वापस ले ले थे उस टाइम के उत्ते, तो ये किहड़ी खेत की मूली है, इन्होंने भी लैनी पैणगे। ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਤਕਰੀਬਨ ਜਿਹੜਾ ਹੈਗਾ ਨਾ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ, ਹੌਸਲੇ ਹਜੇ ਬੁਲੰਦ ਨੇ ਪਰ ਕਿਤੇ ਡੋਲ ਨਾ ਜਾਣ। ਕਿਸ ਤਰੀਕੇ ਅੰਦੋਲਨ ਦੀ ਪਕੜ ਬਣਾ ਕੇ ਰੱਖਣੀ ਹੈ? ਕਿਉਂਕਿ ਉਹਨੇ ਲੱਖਾ ਸਿਧਾਨਾ ਹਰਾਂ ਨਾਲ ਵੀ ਗੱਲ ਕਹਿੰਦੇ ਕਿ ਅਗਲਾ ਪ੍ਰੋਗਰਾਮ ਜਲਦੀ ਰੱਖਣਾ ਪੈਣਾ। ਕੱਲ ਕਿਸਾਨ ਟਰੈਕਟਰ ਰੈਲੀ ਵੀ ਕੱਢ ਰਹੇ ਆ, ਹੈ ਨਾ। ਤੇ ਕੀ ਲੱਗਦਾ ਕਿ ਕਿੱਦਾਂ ਜੋੜ ਕੇ, ਕਿਉਂਕਿ ਜਦੋਂ ਲੰਬੇ ਚੱਲ ਜਾਂਦੇ ਨਾ ਅੰਦੋਲਨ, ਉਹਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਔਰ ਕੋਸ਼ਿਸ਼ਾਂ ਹੋਈਆਂ ਵੀ, ਭਾਵੇਂ ਉਹ ਵਿਫਲ ਰਹੀਆਂ। ਤੁਸੀਂ ਇਹਨੂੰ ਕਿੱਦਾਂ ਨੌਜਵਾਨਾਂ ਵਾਸਤੇ ਕੀ ਇੱਕ ਪ੍ਰੇਰਨਾ ਦੇਣਾ ਚਾਹੋ? ਨੌਜਵਾਨਾਂ ਦਾ ਠੰਡੇ ਹੋਣ ਦਾ ਤਾਂ ਮਸਲਾ ਨਹੀਂ, ਇਹਨਾਂ ਨੂੰ ਤਾਂ ਕਹਿੰਦੇ ਵੀ ਤੱਤੇ ਨਾ ਹੋਇਓ। ਹਾਂ, ਸਾਡੇ ਵਾਲੇ ਕਿੱਥੇ ਠੰਡੇ ਹੋਣ ਵਾਲੇ, ਠੰਡੇ ਹੁੰਦੇ ਹੀ ਨਹੀਂ। ਇਹ ਤਾਂ ਬੰਨ ਕੇ ਰੱਖਣ ਵਾਲੇ ਆ। 3 ਮਹੀਨੇ ਹੋ ਗਏ, ਪੁੱਛ ਲਓ ਬਾਈ ਹੋਰਾਂ ਨੂੰ। ਤਾਂ ਇੱਕੋ ਹੀ ਗੱਲ ਉੱਥੇ ਮਾਈਕ 'ਚ ਕਹਿੰਦੇ ਸੀ, ਭਾਈ ਜੋਸ਼ ਦੇ ਨਾਲ ਹੋਸ਼ ਰੱਖਿਓ ਮੁੰਡਿਓ, ਜੋਸ਼ ਨਾਲ ਹੋਸ਼ ਰੱਖਿਓ। ਤਾਂ ਇਸ ਕਰਕੇ ਤਾਂ ਸਾਰੇ ਮੁੰਡੇ ਸਮਝਦਾਰ ਆ ਹੁਣ ਤਾਂ। ਚਲੋ ਅਸਲ 'ਚ ਬਾਕੀ ਇਹ ਹੈ, ਅਖੰਡ ਪਾਠ ਸਾਹਿਬ 3 ਦਿਨ ਚੱਲਦਾ ਹੈ। ਪਹਿਲੇ ਦਿਨ ਜਦੋਂ ਚੱਲਦਾ ਹੈ, ਮੇਰੇ ਵਰਗਾ ਕਾਲਾ ਜਿਹਾ ਬੰਦਾ ਹੁੰਦਾ ਹੈ, ਭਾਵੇਂ ਮੇਰੇ ਵਰਗੇ ਦੀ ਧੂਫ ਤੇ ਡਿਊਟੀ ਲਾ ਦਿਓ, ਭਾਈ ਸਾਹਿਬ ਬਾਣੀ ਪੜ੍ਹੀ ਜਾਂਦੇ ਆ, ਮੱਠੀ ਕਦੇ ਕੰਨਾਂ 'ਚ ਪੈ ਗਈ, ਕਦੇ ਹੋਰ ਪਾਸੇ ਧਿਆਨ ਜਾ ਵੜਿਆ, ਕੋਈ ਦੇਖ ਲੈਣ ਲੱਗ ਗਿਆ। ਜਦੋਂ ਤੀਜਾ ਦਿਨ ਆਉਂਦਾ ਨਾ ਬਾਬਾ, ਮੇਰਾ ਆਪਣਾ ਐਕਸਪੀਰੀਅੰਸ ਹੈ ਕਿਉਂਕਿ ਮੈਂ ਵੀ ਤਾਂ ਭਟਕਿਆ ਜਾ ਹੋਇਆ ਫਿਰਦਾ ਹਜੇ, ਤੀਜੇ ਦਿਨ ਆ ਕੇ ਕਹਿਣ ਦੀ ਲੋੜ ਨਹੀਂ ਪੈਂਦੀ, ਦੇਖ ਲਈ ਵੀ ਹੱਥ ਇੰਨਾ ਸੋਹਣਾ ਜਾਂਦਾ, ਬਾਬੇ ਦੀ ਬਾਣੀ ਵਾਲੇ ਪਾਸੇ ਵੀ ਧਿਆਨ ਨਹੀਂ ਟੁੱਟਦਾ, ਹੈ ਨਾ। ਹੁਣ ਆਹ ਯਾਰ ਕਿਸੇ ਬਾਣੀ ਨਾਲੋਂ ਘੱਟ ਥੋੜ੍ਹੀ ਹੈ ਯਾਰ, ਕਿਸੇ ਬੰਦਗੀ ਨਾਲੋਂ ਘੱਟ ਥੋੜ੍ਹਾ ਜਿਹਾ ਜਿਹੜਾ ਖਿਆਲੀ ਵਕਤ ਆ ਜਿਹੜਾ ਚੱਲ ਰਿਹਾ ਸਾਡੇ ਸਾਰਿਆਂ ਦੇ ਨਾਲ। ਇਸ ਕਰਕੇ ਜਿਹੜਾ ਹੁਣ ਮਹੀਨਾ ਇੱਥੇ ਅਸੀਂ ਕੱਟ ਲਿਆ ਨਾ, ਹੰਢਾ ਲਿਆ ਆਪਦੇ ਪਿੰਡੇ 'ਤੇ, ਆਪਦੇ ਜ਼ਹਿਨ 'ਚ ਰੱਖ ਲਿਆ ਇਹਨੂੰ, ਆਪਦੀ ਸੁਰਤ 'ਚ ਢਾਲ ਲਿਆ ਇਹਨੂੰ। ਇਸ ਕਰਕੇ ਤੁਹਾਨੂੰ ਕਹਿਣ ਦਿਓ, ਹਾਂ ਠੀਕ ਆ, ਮਾਈਨਰ ਹੁਣ ਵੀ ਚੱਲਦੀਆਂ, ਹੁਣ ਵੀ ਇੰਟਰਵਿਊ ਕਰੀ ਜਾਂਦੇ ਆ, ਕੋਈ ਤੁਹਾਨੂੰ ਟਰੈਕਟਰ ਦੀ ਆਵਾਜ਼ ਸੁਣੀ ਹੋਊ, ਡੈਕ ਲੱਗਿਆ ਹੋਊਗਾ, ਗਾਣਾ ਚੱਲਦਾ ਹੋਊਗਾ। ਹੁਣ ਯਾਰ ਲੱਖ ਬੰਦੇ ਦੇ ਵਿੱਚੋਂ ਮੰਨ ਲਾ 10 ਟਰੈਕਟਰਾਂ 'ਤੇ ਜੇ ਚੱਲਦੇ ਵੀ ਹੈ, ਅਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਭਾਈ ਸਾਰਾ ਅੰਦੋਲਨ ਅਨਡਿਸਿਪਲਿਨ ਚੱਲ ਰਿਹਾ। ਸੋ ਇਸ ਕਰਕੇ ਹੁਣ ਸਾਡੀ ਨੌਜਵਾਨੀ ਵੀ ਹੈ ਨਾ ਜਿਹੜੀ, ਹੁਣ ਇਹਨਾਂ ਦੀਆਂ ਗੱਲਾਂ ਹੀ ਬਦਲਦੀਆਂ ਜਾਂਦੀਆਂ, ਹੈ ਨਾ, ਗੱਲਾਂ ਹੀ ਬਦਲਦੀਆਂ ਜਾਂਦੀਆਂ। ਪਹਿਲਾਂ ਵੀ ਇਹ ਨਹੀਂ ਸੀ ਕਿ ਚੰਗੇ ਮੁੰਡਿਆਂ ਦਾ ਕਾਲ ਪਿਆ ਹੋਇਆ ਸੀ, ਨਹੀਂ, ਇਕੱਠ ਭਾਲਦਾ ਸੀ ਪੰਜਾਬ ਕਿ ਇੱਦਾਂ ਦੇ ਹਾਲਾਤ ਬਣਨ, ਅਸੀਂ ਇੱਕ ਦੂਜੇ ਦੇ ਟੈਂਟਾਂ ਦੇ ਵਿੱਚ ਬਿਨਾਂ ਪੁੱਛੇ ਜਾਈਏ, ਕਿਤੇ ਜਿੱਥੇ ਜੀ ਕੀਤਾ ਜਿਵੇਂ ਪਹਿਲਾਂ ਹੁੰਦਾ ਸੀ। ਹੁਣ ਆ ਜਿਹੜੀ ਉਮਰ ਵਾਲੇ ਬਾਈ ਜੀ ਹੁਣੀ ਬੈਠੇ ਆ, ਇਹਨਾਂ ਨੂੰ ਪੁੱਛ ਕੇ ਦੇਖ ਲਓ, ਜਦੋਂ ਇਹ ਛੋਟੇ ਹੁੰਦੇ ਸੀ 10-10 15-15 ਸਾਲ ਦੇ, 15-15 ਸਾਲ ਤੱਕ ਵੀ ਜਿਹਦੇ ਘਰੇ ਖੇਡਦੇ ਖੂਡਦੇ ਰਹਿੰਦੇ, ਜਿਹਦੇ ਘਰੇ ਵੀ ਸ਼ਾਮ ਪੈ ਜਾਂਦੀ ਸੀ, ਆ ਜਾਵੇ ਬੇਅੰਤ ਦਾ ਇੱਥੇ ਹੀ ਖਾ ਜਾ, ਹੁਣ ਆ ਜਾਵੇ ਬੇਅੰਤ ਦਾ ਇੱਥੇ, ਉੱਥੇ ਹੁਣ ਉੱਥੇ ਹੀ ਰੋਟੀਆਂ ਲਾ ਦਿੰਦੀ ਸੀ, ਚੁੱਲ੍ਹੇ ਕੋਲੇ ਉਹਦੇ ਵੀ 7-8 ਬੈਠੇ ਹੁੰਦੇ ਸੀ, 3-4 ਹੋਏ ਹੁੰਦੇ ਸੀ, 12-13 ਨੂੰ ਉੱਥੇ ਹੀ ਪ੍ਰਸ਼ਾਦੇ ਛਕਾ ਦਿੰਦੇ ਸੀ। ਇਸ ਕਰਕੇ ਹੁਣ ਉਹ ਕਲਚਰ ਦੁਬਾਰਾ ਬਣਿਆ ਕਿ ਸਾਨੂੰ ਜਿਹੜੀਆਂ ਨੌ ਸੱਸ ਦੀ ਲੜਾਈ ਹੈ ਜਿਹੜੀ, ਉਹ ਲੜਾਈ ਉਹਨਾਂ ਨੂੰ ਛੋਟੀ ਲੱਗਣ ਲੱਗ ਗਈ, ਕਿਉਂਕਿ ਲੜਾਈ ਹੁਣ ਵੱਡੀ ਲੜਾਈ ਆ, ਭਰਾਵਾਂ ਦੀ ਲੜਾਈ ਸੀ, ਉਹਨਾਂ ਨੂੰ ਇੱਥੇ ਇੱਕ ਛੋਟੀ, ਉਹ ਭੁੱਲ ਹੀ ਗਏ। ਉਹ
ਕਿ ਕੋਈ ਨਹੀਂ ਯਾਰ ਉਹ ਤਾਂ ਫਿਰ ਵੀ ਦੇਖ ਲਾਂਗੇ। ਹੁਣ ਵੱਡੀ ਲੜਾਈ ਹੈ। ਇਸੇ ਤਰ੍ਹਾਂ ਸਾਡੀ ਨੌਜਵਾਨੀ ਹੈ, ਹੁਣ ਇਹਨਾਂ ਦੀਆਂ ਗੱਲਾਂ ਬਦਲ ਗਈਆਂ, ਇਹਨਾਂ ਦੇ ਚਿਹਰੇ ਬਦਲਦੇ ਜਾਂਦੇ ਹੈ ਹਨਾ। ਚਿੰਤਾ ਕੀਤੀ ਪਹਿਲਾਂ ਜਦੋਂ 2 ਮਹੀਨੇ ਪੰਜਾਬ 'ਚ ਚਰਚਾ ਹੋਈ ਇਸ ਚੀਜ਼ ਦੀ ਸਪੀਕਰਾਂ ਵੱਲੋਂ, ਹੁਣ ਚਿੰਤਨ ਕਰਨ ਵਾਲੀ ਸਟੇਜ ਤੇ ਆ ਸਾਰੇ। ਤਾਂ ਹੁਣ ਜਿਹੜੇ ਜਿਵੇਂ ਗੱਲ ਉਹਨੇ ਆਖਿਆ ਕਿ ਹੋਰ ਜਿਹੜੇ ਮਸਲੇ ਆ, ਸਾਡਾ ਭਾਸ਼ਾ ਦਾ ਮਸਲਾ, ਜਿਵੇਂ ਹੁਣ ਸਾਡੀ ਪੰਜਾਬੀ ਖੋਹਣ ਨੂੰ ਫਿਰਦੇ, ਜਿਵੇਂ ਕਿੰਨੀਆਂ ਸਟੇਟਾਂ 'ਚੋਂ ਪੰਜਾਬੀ ਇਹਨਾਂ ਨੇ ਖਤਮ ਕਰਤੀ, ਪਰ ਪੰਜਾਬ 'ਚੋਂ ਪੰਜਾਬੀ ਦਾ ਖਤਮ ਹੋਣਾ ਦਾ ਐਂਡ ਹੈ ਹਨਾ, ਕਲਾਈਮੈਕਸ ਤੇ ਹੈ। ਤਾਂ ਉਸ ਤੋਂ ਬਾਅਦ ਜਿਵੇਂ ਸਾਡਾ ਪਾਣੀਆਂ ਦਾ ਮਸਲਾ ਹੈ, ਉਸ ਤੋਂ ਬਾਅਦ ਜਿਵੇਂ ਸਾਡਾ ਬਾਣੀ ਦੀ ਬੇਅਦਬੀ, ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ, ਕਿੰਨੇ ਮਸਲੇ ਪਏ ਆ। ਉਸ ਤੋਂ ਬਾਅਦ ਸਾਡੀ ਰਾਜਨੀਤੀ ਜਿਹੜੀ ਇੰਨੀ ਕਰਪਟ ਹੋਈ ਪਈ ਹੈ। ਹੁਣ ਜਿਵੇਂ ਗੱਲ ਉਹਨੇ ਕਿਹਾ ਸੀ ਕਿ ਹੁਣ ਸਾਰੇ ਮੁੰਡੇ ਸਾਡੇ ਨਾ, ਯਾਨੀ ਸਿਆਣੇ ਮੁੰਡੇ ਜਿਹੜੇ ਪਹਿਲੋਂ ਆਲਰੇਡੀ ਸੀਗੇ, ਜਿਹੜੇ ਜਿੱਥੋਂ ਆਪਣੀ ਗੱਲ ਚੱਲੀ ਸੀ, ਉਹਨਾਂ ਮੁੰਡਿਆਂ ਦੀ ਸੋਬਤ 'ਚ ਬੈਠਣ ਲੱਗ ਗਏ, ਸੰਗਤ 'ਚ ਬੈਠਣ ਲੱਗ ਗਏ। ਸਿਆਣੇ ਮੁੰਡੇ ਪਹਿਲਾਂ ਵੀ ਸੀ, ਮੰਨ ਲਓ ਇੱਕ ਪਿੰਡ ਦੇ ਵਿੱਚ ਨੌਜਵਾਨ 50 ਹੈ, ਉਹਦੇ 'ਚੋਂ ਮੰਨ ਕੇ ਚੱਲੋ 25 ਵਿਗੜੇ ਹੋਏ ਆ, 25 ਸਿਆਣੇ ਆ। ਉਹ ਪਰ ਹੁਣ ਸਿਆਣੇ ਵਿਚਾਰੇ ਕਬੀਲਦਾਰੀਆਂ 'ਚ ਕਈਆਂ ਦੇ ਫਾਈਨੈਂਸ਼ਲੀ ਇੰਨੀ ਨਹੀਂ ਰੀਚ ਹੁੰਦੀ, ਇੰਨੀ ਨਹੀਂ ਪ੍ਰੋਖ ਹੁੰਦੀ, ਉਹ ਆਪਦੇ ਕੰਮਾਂ ਧੰਦਿਆਂ 'ਚ ਹੀ ਬੈਠੇ ਸੀ। ਹੁਣ ਇੱਥੇ ਜਦੋਂ ਕੁਰਬਾਨੀਆਂ ਲਈ ਆਏ ਆ, ਤਾਂ ਇੱਥੇ ਇਸ ਅੰਦੋਲਨ ਸ਼ਿੱਦਤ ਦੇ ਨਾਲ ਆਏ, ਲੜਾਈ ਲੜਨ ਵਾਸਤੇ ਆਏ ਆ। ਹੁਣ ਜਿਹੜੇ ਸ਼ਰਾਰਤੀ ਵੀ ਉਹ ਵੀ ਨਾਲ ਜਦੋਂ ਬਹਿੰਦੇ ਆ, ਗੱਲਾਂ ਸੁਣਦੇ ਆ, ਇੱਕ ਰੰਗਤ ਐਸੀ ਚੜੀ ਵੀ ਉਹ, ਮੈਂ ਵਾਰ-ਵਾਰ ਔਰੇ ਤੇ ਆਊਂਗਾ ਬਾਬਾ, ਮੇਰੀ ਉਸ ਗੱਲ 'ਚ ਸਾਰਾ ਕੁਝ ਪਿਆ। ਜਿਹੜਾ ਸਾਹਿਬ ਦੀ ਸਾਖੀ ਹੈ ਨਾ, ਜਿਹੜਾ ਕਿ ਵੀ ਜੇ ਕੋਈ ਚੋਰ ਵੀ ਆ ਕੇ ਸੁਣ ਜਾਂਦਾ ਹੋਵੇ ਸਤਸੰਗੀ ਹੋ ਗਿਆ। ਬਿਲਕੁਲ, ਮੈਂ ਕਿਹਾ ਔਰਾ ਹੀ ਇਦਾਂ ਦਾ ਬਣਿਆ ਹੋਇਆ। ਇਸ ਕਰਕੇ ਨੌਜਵਾਨੀ ਵੱਲੋਂ ਹੁਣ ਬੇਫਿਕਰ ਹੈ। ਹਾਂ, ਇਹਨਾਂ ਨੂੰ ਜ਼ਰੂਰ ਕਹਿਣਾ, ਥੋੜ੍ਹੇ ਜਿਹੇ ਤੱਤੇ ਹੁੰਦੇ ਆ ਪੰਜਾਬੀ, ਇਹਨਾਂ ਨੂੰ ਠੰਡੇ ਵਾਲਾ ਨਹੀਂ ਮਸਲਾ। ਹਾਂ, ਤੇ ਬਾਕੀ ਜਿਹੜੇ ਵਿੱਚ ਵੀਰ ਕੁਝ ਲੋਕ ਕਹਿੰਦੇ ਵੀ ਹੈ ਨਾ ਕਿ ਹੁਣ ਅਗਲਾ ਐਕਸ਼ਨ ਹੈ ਨਾ, ਓਨੈਸਟਲੀ ਮੈਂ ਇਸ ਹੱਕ 'ਚ ਨਹੀਂ ਹੈਗਾ। ਦੇਖੋ, ਸਭ ਤੋਂ ਪਹਿਲਾਂ ਹੁਣ ਘਰੇ ਲਾਣੇਦਾਰ ਹੁੰਦਾ ਹੈ। ਹੁਣ ਘਰ 'ਚ 5 ਜੀ ਹੈ, ਲਾਣੇਦਾਰ ਹੈ ਤੇ ਮਾਤਾ ਹੈ ਸਾਡੀ, ਤੇ ਪੁੱਤ ਹੈ, ਨੂੰਹ ਹੈ ਤੇ ਇੱਕ ਜਵਾਕ ਹੈ। 5 ਜਾਣੇ ਆ ਮੰਨ ਲਓ। ਹੁਣ 5 ਚੋਂ ਯਾਰ ਜੇ ਤਾਂ 5 ਹੀ ਪ੍ਰਧਾਨ ਹੈ, ਤੁਸੀਂ ਪੰਜਾਬ 'ਚ ਜਾ ਕੇ ਦੇਖ ਲਓ, ਜਿਨ੍ਹਾਂ ਘਰਾਂ 'ਚ 5 ਹੀ ਪ੍ਰਧਾਨ ਹੈ, ਉਹਨਾਂ ਘਰਾਂ 'ਚ ਹੈ ਨਹੀਂ ਕੁਛ। ਹੁਣ ਡਾਵਾਂਡੋਲ ਹੈ, ਕਿਸੇ ਦੇ ਅੱਗ ਲੱਗੀ ਆ ਤਕੜਾ ਘਰ ਪਾਓ, ਨੂੰਹ ਦੇ ਅੱਗ ਲੱਗੀ ਆ ਮੇਰੇ ਮੁੰਡੇ ਨੂੰ ਚੰਗੇ ਸਕੂਲ 'ਚ ਪੜਾਓ ਹਨਾ, ਵਿਆਹ ਆ ਗਿਆ ਜੀ, ਹੁਣ ਮੇਰੀ ਨਣਦ ਦਾ ਵਿਆਹ ਆ ਗਿਆ, ਲਾਓ 50 ਲੱਖ। ਜਿਹੜੇ ਘਰਾਂ 'ਚ ਸਾਰੇ ਪ੍ਰਧਾਨ, ਹੁਣ ਜਿੱਥੇ ਲਾਣੇਦਾਰ ਦੀ ਚੱਲਦੀ ਹੈ ਨਾ, ਜਿਹੜੇ ਘਰਾਂ 'ਚ ਅੱਜ ਵੀ ਲਾਣੇਦਾਰ ਤੋਂ ਪੁੱਛ ਕੇ ਕੋਈ ਕੱਪੜਾ ਸੂਟ ਲੈ ਕੇ ਆਉਂਦੇ ਜਿਹੜੇ ਪਰਿਵਾਰ, ਸ਼ਾਮ ਨੂੰ ਸਾਰੇ ਲਾਣੇਦਾਰ ਕੋਲੇ ਬਹਿ ਕੇ ਰਾਏ ਕਰਦੇ ਆ ਹੈ। ਜਿੱਥੇ ਹੁਣ ਵੀ ਘੁੰਡ ਨਿਕਲਦੇ ਆ, ਜਿੱਥੇ ਹੁਣ ਵੀ ਜਦੋਂ ਬਾਪੂ ਖੰਗੂਰਾ ਮਾਰਦਾ ਸਾਰਾ ਟੱਬਰ ਇਕੱਠਾ ਹੋ ਕੇ ਅੰਦਰ ਵੜ ਜਾਂਦਾ, ਉਹਨਾਂ ਘਰਾਂ 'ਚ ਹੁਣ ਵੀ ਬਰਕਤ ਹੈ। ਪੁਰਾਣੇ ਟਾਈਮਾਂ ਦੀ ਗੱਲ ਹੁੰਦੀ ਸੀ, ਚੇਤੇ ਹੁੰਦੀ ਹੈ, ਵੈਸੇ ਹੀ ਸੁਣਾ ਦਿੰਦਾ ਤੁਹਾਨੂੰ ਮੈਂ। ਜਦੋਂ ਪਹਿਲਾਂ ਸੁਣਦਾ ਹੁੰਦਾ ਮੈਂ ਦਾਦੇ ਤੋਂ ਕਿ ਜਦੋਂ ਪਹਿਲਾਂ ਮੰਨ ਲਓ ਕੋਈ ਕੁੜੀ ਦਾ ਕਿਸੇ ਦਾ ਵਿਆਹ ਹੁੰਦਾ, ਸਾਡੀ ਭੈਣ ਦਾ, ਸਹੁਰੇ ਘਰ ਜਾਂਦੀ, ਜਦੋਂ ਕਈ ਵਾਰੀ ਉਹਦਾ ਭਰਾ ਉਹਨੂੰ ਉਹਦੇ ਸਹੁਰਿਆਂ ਤੋਂ ਲੈਣ ਜਾਂਦਾ ਪੇਕੇ ਵੱਲ ਨੂੰ, ਤਾਂ ਕਹਿੰਦੇ ਉਹ ਡੱਬੀਆਂ ਵਾਲਾ ਪਰਨਾ ਬੰਨ੍ਹ ਕੇ ਆਉਂਦਾ, ਉਹਦੇ ਪਰਨਾ ਬੰਨਿਆ ਹੁੰਦਾ। ਤਾਂ ਜਦੋਂ ਰਾਜ, ਕਿਉਂਕਿ ਦੋਨੇ ਜਵਾਨ ਹੈ, ਨੌਜਵਾਨ ਹੈ, ਭੈਣ ਵੀ ਸਾਡੀ ਉਸ ਉਮਰ ਦੀ ਹੈ ਤੇ ਭਰਾ ਵੀ ਉਸ ਉਮਰ ਦਾ, ਤਾਂ ਕਹਿੰਦੇ ਜਦੋਂ ਡੱਬੀਆਂ ਵਾਲਾ ਪਰਨਾ ਬੰਨਿਆ ਹੁੰਦਾ ਸੀ, ਜਿੱਥੋਂ ਦੀ ਵੀ ਲੰਘਦੇ ਸੀ ਨਾ, ਲੋਕਾਂ ਨੂੰ ਪਤਾ ਲੱਗ ਜਾਂਦਾ ਸੀ ਇਹਦਾ ਭਰਾ ਹੈ। ਸੋ ਇਸ ਕਰਕੇ ਸਾਡੀ ਸੰਸਕ੍ਰਿਤੀ ਹੈ ਜਿਹੜੀ, ਅਸੀਂ ਬੜੇ ਅਮੀਰ ਵਿਰਸੇ ਦੇ ਲੋਕ ਹਾਂ ਯਾਰ। ਸੋ ਇਸ ਕਰਕੇ ਨੌਜਵਾਨੀ ਹੈ ਆਈ ਹੈ, ਹੁਣ ਸਾਰਿਆਂ ਨੂੰ ਵੈਲਕਮ ਕਿਹਾ ਸਾਰਿਆਂ ਨੇ, ਸਾਡੇ ਪਿਓ ਦਾਦਿਆਂ ਨੇ ਸ਼ਾਬਾਸ਼ ਦਿੱਤੀ ਹੈ। ਅਸੀਂ ਆ ਥੋੜ੍ਹੇ ਦਿਨਾਂ ਤੱਕ ਗੀਤ ਵੀ ਕੱਢਣ ਲੱਗੇ ਹਾਂ। ਹਾਂ, ਪੁੱਤ ਨਾਲ ਖੜਾ ਏ ਤੇਰਾ ਬਾਪੂ, ਫਿਕਰ ਕਰੀ ਨਾ ਹੈ। ਹਾਂ, ਨਹੀਂ ਉਹ ਹਜੇ ਕੋਈ ਨਹੀਂ, 1 ਤਰੀਕ ਨੂੰ ਪਹਿਲੀ ਨੂੰ ਆਊਗਾ। ਤੇ ਇਸ ਕਰਕੇ ਚੜ੍ਹਦੀ ਕਲਾ 'ਚ ਹੈ। ਬਾਕੀ ਅਰਦਾਸਾਂ ਇਹਨਾਂ ਭਰਾਵਾਂ ਲਈ ਮਾਣ ਕਰਦੇ ਹਾਂ, ਤਾਂ ਸਤਿਕਾਰ ਆ ਹੁਣ ਸਾਰਿਆਂ ਦਾ। ਤੇ ਬਾਕੀ ਪਤਾ ਹੀ ਹੈ, ਜਿਹੜਾ ਬੰਦਾ, ਇਹ ਸਾਡੇ ਬਜ਼ੁਰਗ ਬੜੇ ਖਰਾਬ ਹੈ। ਸਾਡੇ ਤਾਂ ਤੁਸੀਂ ਵਿਆਹਾਂ 'ਚ ਦੇਖਦੇ ਹੁੰਦੇ ਆ, ਜਿਹੜਾ ਸਾਡਾ ਮੁੰਡਾ ਖੁੰਡਾ ਕੋਈ ਵੱਧ ਸ਼ਰਾਬ ਪੀਂਦਾ ਨਾ, ਵਿਆਹ 'ਚ ਉਹਦੀ ਡਿਊਟੀ ਸ਼ਰਾਬ ਤੇ ਲਾ ਦਿੰਦੇ ਆ ਵੀ ਸਾਰਿਆਂ ਨੂੰ ਵਰਤਾਉਣੀ ਪਊਗੀ, ਆਪ ਨਹੀਂ ਪੀ ਸਕਦਾ। ਇਸ ਕਰਕੇ ਹੁਣ ਜ਼ਿੰਮੇਵਾਰੀਆਂ ਦੇ ਕੇ ਅਸੀਂ ਇੰਨੇ ਕਰਸੇ ਕਰ ਦੇਣੇ ਆ ਨੌਜਵਾਨ ਕਿ ਇਹਨਾਂ ਨੂੰ ਫਿਰ ਨਿਕਲਣ ਨੂੰ ਰਾਹ ਨਹੀਂ ਥਾਉਣਾ ਹਨਾ। ਚਲੋ ਹਾਸਾ ਠੱਠਾ ਜਿੱਦਾਂ ਵੀ ਹੈ। ਉਹਨੇ ਕੁਝ ਨੌਜਵਾਨਾਂ ਨਾਲ ਗੱਲ ਹੋਈ, ਉਹ ਕਹਿੰਦੇ ਆਪਾਂ ਤਾਂ ਠੀਕ ਬੜੇ ਤੱਤੇ ਨੇ, ਅਸੀਂ ਤੇ ਇਹਨਾਂ ਨੂੰ ਸਾਂਭ ਕੇ ਰੱਖਦੇ ਆ, ਇਹਨਾਂ ਕੁਝ ਕਰ। ਮੈਂ ਆਪਾਂ ਗੱਲ ਨੂੰ ਉੱਥੇ ਮੋੜ ਕੇ ਲਿਆਉਣੇ ਆ। ਇਹ ਤਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਅਸੀਂ ਕਿ ਇੱਥੇ ਕੁਝ ਵੀ ਇਦਾਂ ਤੱਤਾ ਹੋਣ ਦੀ ਲੋੜ ਨਹੀਂ ਹੈ। ਆਗੂ ਸਾਡੇ ਜਦੋਂ ਲਾਣੇਦਾਰ ਦੀ ਜਿੱਥੋਂ ਗੱਲ ਚੱਲੀ ਸੀ, ਹੁਣ ਸਾਡੇ ਯਾਰ ਉਹ ਲਾਣੇਦਾਰ ਨੇ, ਭਰੋਸਾ ਰੱਖਦੇ ਆਗੂ, 50-50 ਸਾਲ ਦੇ ਤਜਰਬੇ ਉਹਨਾਂ ਦੇ ਹਨਾ। ਨਾਲ ਸਾਡੇ ਜਦੋਂ ਬਜ਼ੁਰਗ ਉਹਨਾਂ ਨਾਲ ਗੱਲਾਂ ਕਰਦੇ ਆ, ਤਾਂ ਜਿਹੜੀ ਘਾਟ ਤੋਂ ਘੜੀ ਜਾਂਦੇ ਨਾ, ਜੋ ਪੇਪਰ ਵਰਕ ਉਹਨਾਂ ਦਾ ਹੈ, ਜੋ ਆਪਸ 'ਚ ਬਹਿ ਕੇ ਮੀਟਿੰਗਸ ਦੇ ਵਿੱਚ ਕਰ ਰਹੇ ਆ, ਉਹ ਦੇਸੀ ਘਿਓ ਵਰਗਾ ਫਲਸਫਾ ਹੈ। ਸਾਨੂੰ ਇੱਥੋਂ ਬੜੀ ਸੂਝਵਾਨੀ ਔਰ ਬੜਾ ਪੂਰਾ, ਮਤਲਬ ਪੂਰੀ ਵਕਾਲਤ, ਪੂਰੀ ਡਿਬੇਟ ਦੇ ਵਿੱਚ ਜਵਾਬ ਦੇ ਰਹੇ, ਆਰਗੂਮੈਂਟ ਚੱਲ ਰਿਹਾ। ਬਿਲਕੁਲ ਯਾਰ, ਉਹ ਬਹੁਤ ਠੇਠ ਨਾਲ ਬੋਲ ਰਹੇ ਆ, ਸਿੱਧਾ ਬੋਲ ਰਹੇ ਆ, ਕੋਈ ਵਿੰਗ ਵਾਲਾ ਹੈ ਨਹੀਂ ਉਹਨਾਂ ਦੀ ਭਾਸ਼ਾ 'ਚ। ਉਹ ਅੱਜ ਗੰਭੀਰ ਨੇ ਸਾਰੇ। ਉਹ ਅੱਜ ਵੀ ਅਸੀਂ ਕੁੰਡਲੀ ਸਟੇਜ ਤੇ ਬੈਠਾ ਮੈਂ, ਤਾਂ ਕਈ ਜਥੇਬੰਦੀਆਂ ਦੇ ਪ੍ਰਧਾਨ ਮੇਰੇ ਕੋਲੇ ਬੈਠੇ ਸੀ। ਮੈਂ ਜਾ ਕੇ ਬਾਪੂ ਨੂੰ ਮੱਥਾ ਟੇਕਿਆ, ਤਾਂ ਮੈਂ ਪੁੱਛਿਆ ਉਹਨਾਂ ਨੂੰ, ਮੈਂ ਕਿਹਾ ਕੱਲ੍ਹ ਨੂੰ ਬਾਪੂ ਕੀ ਲੱਗਦਾ। ਤਾਂ ਉਹਨਾਂ ਦੇ ਜਿਹੜੇ ਜਵਾਬ ਸੀ, ਤਾਂ ਉਹ ਜਿਹੜੀ ਸਬਰ ਨਾਲ ਬੈਠੇ ਆ, ਚੜ੍ਹਦੀ ਕਲਾ 'ਚ ਬੈਠੇ ਆ। ਤਾਂ ਉਹਨਾਂ ਨੂੰ ਆਉਣ ਵਾਲਾ ਟਾਈਮ ਦਿਸੀ ਜਾਂਦਾ ਹੈ
ਕਿ ਸਾਨੂੰ ਕਿੱਦਾਂ ਸਾਡੀ ਨੌਜਵਾਨੀ ਨੂੰ ਅਸੀਂ ਲਾਮਬੰਦ ਕਰਨਾ ਹੈ, ਕਿੱਦਾਂ ਸਾਡੇ ਪਰਿਵਾਰ ਨਾਲ ਆਏ ਵੇ ਇਹਨਾਂ ਦਾ ਖਿਆਲ ਕਿੱਦਾਂ ਰੱਖਣਾ ਹੈ, ਕਿੱਦਾਂ ਸਾਡੀਆਂ ਪਿੱਛੇ ਪੈਲੀਆਂ ਹੈ, ਸਾਡਾ ਡੰਗਰ ਵੱਛਾ ਹੈ, ਸਾਡੇ ਘਰ ਨੇ ਹਨਾ, ਜਵਾਕਾਂ ਦੀ ਪੜ੍ਹਾਈ ਹੈ, ਉਹ ਸਾਰੀਆਂ ਚੀਜ਼ਾਂ ਉਹਨਾਂ ਦੇ ਅੰਦਰ ਚੱਲੀ ਜਾਂਦੀਆਂ ਦਿਨ ਰਾਤ। ਸੋ ਇਸ ਕਰਕੇ ਯਾਰ ਕੋਈ ਡਰਨ ਵਾਲੀ ਲੋੜ ਨਹੀਂ, ਬਸ ਲਾਣੇਦਾਰਾਂ ਤੇ ਭਰੋਸਾ ਰੱਖੋ। ਬਸ ਉਹਨਾਂ ਉਹ ਜਿਵੇਂ ਸਾਨੂੰ ਕਹਿਣਗੇ ਅਸੀਂ ਸਾਰੇ ਉਵੇਂ ਕਰਾਂਗੇ, ਕੋਈ ਹੋਰ ਤੱਤਾ ਕਰਨ ਦੀ ਲੋੜ ਨਹੀਂ, ਕੁਝ ਹੋਰ ਘੇਰਨ ਦੀ ਲੋੜ ਨਹੀਂ। ਜੇ ਉਹ ਕਹਿਣਗੇ ਘੇਰਨਾ ਤਾਂ ਘੇਰ ਲਾਂਗੇ, ਜੋ ਕਹਿਣਗੇ ਇੱਥੇ ਹੀ ਬੈਠਣਾ ਇੱਥੇ ਹੀ ਬੈਠਾਂਗੇ। ਬਸ ਇਹ ਹੈ ਕਿ ਜਿੱਤ ਸਾਡੀ ਪੱਕੀ ਹੈ, ਨਿਸ਼ਚਿਤ ਹੈ ਯਾਰ, ਤੇਰੀ ਤੇ ਮੇਰੀ ਜਿੱਤ, ਇਹਨਾਂ ਸਾਰਿਆਂ ਦੀ ਜਿੱਤੋਂ ਪੱਕੀ ਹੈ, ਸਾਨੂੰ ਵਾਹਿਗੁਰੂ ਤੇ ਭਰੋਸਾ ਹੈ, ਬਸ ਇੰਨਾ ਹੀ ਬੋਲਣਾ ਹੈ। ਜੀ ਬਿਲਕੁਲ, ਲਗਾਤਾਰ ਜੁੜੇ ਹੋਏ ਆ ਔਰ ਸੋਚ ਤੇ ਵਿਚਾਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ, ਕਹਿੰਦੇ ਕਿ ਸਾਰਿਆਂ ਦੀ ਇੱਕ ਰਲ ਮਿਲ ਕੇ ਸਲਾਹ ਕਰਕੇ ਸਾਰੇ ਆਗੂ ਇੱਕ ਚੱਲਦੇ ਪਏ ਨੇ। ਕੋਆਰਡੀਨੇਸ਼ਨ ਬਣਿਆ ਰਵੇ, ਪ੍ਰਮਾਤਮਾ ਐਸੀ ਕਿਰਪਾ ਕਰਕੇ ਰੱਖੇ ਔਰ ਬੜੇ ਜੁਝਾਰੂ ਤਰੀਕੇ ਦੇ ਨਾਲ ਫੇਸ ਕਰ ਰਹੇ ਨੇ, ਆਰਗੂਮੈਂਟ ਕਰ ਰਹੇ ਨੇ। ਕੱਲ ਦੀ ਮੀਟਿੰਗ ਤੋਂ ਇੱਕ ਵੱਡੀ ਉਮੀਦ ਹੈਗੀ ਹੈ, ਦੇਖਣਾ ਰਹੇਗਾ ਕਿ ਕੱਲ ਕੀ ਮਤਲਬ ਕੱਲ ਦਾ ਦਿਨ ਬੜਾ ਅਹਿਮ ਰਹੇਗਾ ਕਿ ਅਗਲਾ ਸਾਲ